ਤਿੰਨ ਜੁਲਾਈ ਸ਼ਨੀਚਰਵਾਰ ਦਾ ਦੇਸ਼ ਪ੍ਰਦੇਸ਼ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਆਪ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਪਰਸੋਂ ਕੈਨੇਡਾ ਡੇ ਸੀ, ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਬਾਕੀ ਗਰਮੀ ਦੀ ਰੁੱਤ ਚੱਲ ਰਹੀ ਹੈ BC ਦੇ ਵਿੱਚ, ਵੈਨਕੂਵਰ ਦੇ ਵਿੱਚ, ਸਰੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ, ਇੰਟੀਰੀਅਰ ਦੇ ਵਿੱਚ ਗਰਮੀ ਦੇ ਰੈਕਡ ਜਿਹੜੇ ਆ ਉਹ ਨਵੇਂ ਸਥਾਪਿਤ ਹੋ ਗਏ। ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਅੰਤਾਂ ਦੀ ਗਰਮੀ ਪਈ। ਹੁਣ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਪਰ ਅਜੇ ਵੀ ਗਰਮੀ ਹੈ। ਖੈਰ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਾਸਤੇ ਕੁਝ ਲੜੀਵਾਰ ਸੈਗਮੈਂਟ ਜਿਹੜੇ ਡਿਸਕੰਟੀਨਿਊ ਹੋ ਗਏ ਸੀ ਉਹਨਾਂ ਨੂੰ ਦੁਬਾਰਾ ਤੋਂ ਅੱਗੇ ਤੋਰਿਆ ਜਾਵੇਗਾ। ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਜਿਹੜਾ ਕਿ ਅਸੀਂ ਵਿਸਾਖੀ ਤੋਂ ਬਾਅਦ ਸ਼ੁਰੂ ਕੀਤਾ ਸੀ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੇ ਨਾਲ, ਉਸ ਦੀ ਅਗਲੀ ਕਿਸ਼ਤ ਹੁਣ ਪੇਸ਼ ਕੀਤੀ ਜਾਵੇਗੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਾ ਇਤਿਹਾਸ ਜਿਹੜਾ ਹੈ ਉਹ ਸ਼ੁਰੂ ਕੀਤਾ ਜਾ ਰਿਹਾ ਹੈ। ਬਾਕੀ ਸਾਡੀ ਵਿਰਾਸਤ, ਇਸ ਦੀ ਵੀ ਅਗਲੀ ਕੜੀ ਪੇਸ਼ ਕੀਤੀ ਜਾਵੇਗੀ। ਜਲੰਧਰ ਤੋਂ ਅਨੂਜਾ ਸ਼ਰਮਾ ਹੁਣਾਂ ਦਾ ਵੀ ਇੱਕ ਸੈਗਮੈਂਟ ਸ਼ਾਮਿਲ ਕੀਤਾ ਜਾਵੇਗਾ ਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਹੋਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਧਾਰਮਿਕ ਗੀਤ ਸੁਣਦੇ ਹਾਂ, ਬੁਲੰਦ ਆਵਾਜ਼ ਦੀ ਮਲਕਾ ਜਗਮੋਹਨ ਕੌਰ ਜੀ ਦੀ ਯਾਦਗਾਰੀ ਆਵਾਜ਼ ਦੇ ਵਿੱਚ। ਗੁਜਰੀ ਦਾ ਚੰਨ ਚੰਨਾ ਚੋ ਚੰਨ, ਗੁਜਰੀ ਦਾ ਚੰਨ ਚੰਨਾ ਚੋ ਚੰਨ, ਗੁਜਰੀ ਦਾ ਚੰਨ ਚੰਨਾ ਚੋ ਚੰਨ, ਗੁਜਰੀ ਦਾ ਚੰਨ ਚੰਨਾ ਚੋ ਚੰਨ ਚਮਕੀ ਲਾਏ, ਤੀਰੇ ਹਾਥੀ ਸੋਹਣਾ ਬਾਜ ਸਜੇ ਸਿਰ ਤਾਜ ਨੀ, ਘੋੜਾ ਨੀਲਾ ਬੜਾ ਫੁਰਤੀ ਲਾਏ, ਗੁਜਰੀ ਦਾ ਚੰਨ ਚੰਨਾ ਚੋ ਚੰਨ, ਗੁਜਰੀ ਸੁਣਾ ਰਹੀ ਹਾਂ। ਮਾਤਾ ਗੁਜਰੀ ਦੀ ਬੜੀ ਖੂਬਸੂਰਤ ਗੱਲ ਮੈਂ ਗਾਇਆ ਕਰਦੀ ਹਾਂ, ਉਸ ਗਾਉਣ ਲੱਗੀ ਹਾਂ। ਮਾਤਾ ਗੁਜਰੀ ਨੇ ਅੱਗੋਂ ਜਵਾਬ ਦਿੱਤਾ, ਮੇਰਾ ਨਾਂ ਗੁਜਰੀ ਤੇ ਮੇਰੀ ਅਲ ਗੁਜਰੀ, ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲੋਂ ਪਤੀ ਦਿੱਤਾ ਫੇਰ ਮੈਂ ਪੋਤੇ ਦਿੱਤੇ, ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ। ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਸਿਰ ਤੇ ਸੋ ਮੈਂ ਚੱਲ ਗੁਜਰੀ। ਅੱਜ ਤੱਕ ਸਰਹੰਦ ਦੀਆਂ ਕੰਧਾਂ ਨੂੰ ਗੁਜਰੀ ਪਈ ਚੇਤੇ ਆਉਂਦੀ ਏ, ਅੱਜ ਧਰਤੀ ਮਾਛੀ ਬਾੜੇ ਦੀ ਪਈ ਗੁਜਰੀ ਗੁਜਰੀ ਗਾਉਂਦੀ ਏ। ਮੇਰੀ ਜ਼ਿੰਦਗੀ ਸਦਾ ਗੁਲਾਮ ਚੰਨਾ ਚੋ ਚੰਨ ਗੁਜਰੀ।
ਸੀ 1995 ਦੀ ਇੱਕ ਯਾਦ ਜਦੋਂ ਕਿ ਦੀਪ ਅਤੇ ਜਗਮੋਹਨ ਕੌਰ ਹੁਣੀ ਕੈਨੇਡਾ ਦੇ ਟੂਰ ਤੇ ਆਏ ਹੋਏ ਸਨ। ਇੱਥੇ BC ਦੇ ਵਿੱਚ ਸਰੀ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਇੱਕ ਫੈਮਿਲੀ ਫੰਕਸ਼ਨ ਦੇ ਵਿੱਚ ਪਰਫਾਰਮ ਕੀਤਾ ਸੀ ਔਰ ਇਸ ਦੇ ਸਾਜ਼ਿੰਦਿਆਂ ਦੇ ਵਿੱਚ ਤੁਸੀਂ ਪਹਿਚਾਣਿਆ ਹੋਵੇਗਾ ਸਾਰੇ ਇੱਥੇ ਦੇ ਸਾਡੇ ਲੋਕਲ ਸਾਜ਼ਿੰਦੇ ਸਨ। ਇਹਨਾਂ ਦੇ ਵਿੱਚ ਤੁਸੀਂ ਲੁੱਡੂ ਸਾਹਿਬ ਨੂੰ ਵੀ ਦੇਖਿਆ ਗਿਟਾਰ ਦੇ ਉੱਤੇ, ਹਾਂ ਗਿੱਲ ਹਰਦੀਪ ਹੁਣਾਂ ਨੂੰ ਤੁਸੀਂ ਹਾਰਮੋਨੀਅਮ ਤੇ ਵੇਖਿਆ। ਪ੍ਰੋਗਰਾਮ ਦੇਸ਼ ਪ੍ਰਦੇਸ਼ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੁਬਾਰਕਬਾਦ ਦੇਣੀ ਚਾਹੁੰਦੇ ਹਾਂ ਦਰਸ਼ਨ ਸਿੰਘ ਬੁੱਟਰ ਜਿਹੜੇ ਕਿ ਸਵਰਗਵਾਸ ਹੋ ਗਏ ਸਨ ਬਹੁਤ ਸਾਲ ਪਹਿਲਾਂ। ਉਹਨਾਂ ਦੇ ਬੇਟੇ ਸਿੱਧਕ ਅਤੇ ਸਰੂਪ ਦਾ ਜਨਮ ਦਿਨ ਹੈ। ਦਰਸ਼ਨਜੀਤ ਬੁੱਟਰ ਟੋਰਾਂਟੋ ਕਮਿਊਨਿਟੀ ਦੇ ਵਿੱਚ ਬੜੇ ਜਾਣੇ ਪਹਿਚਾਣੇ ਬਿਜ਼ਨਸਮੈਨ ਸਨ ਤੇ ਜਦੋਂ ਉਹ ਇੱਕ ਦਿਨ ਦਫ਼ਤਰ ਨੂੰ ਜਾ ਰਹੇ ਸਨ ਕੰਮ ਤੇ ਤਾਂ ਰਸਤੇ ਦੇ ਵਿੱਚ ਕਿਸੇ ਸ਼ਰਾਬੀ ਡਰਾਈਵਰ ਨੇ ਉਹਨਾਂ ਦੇ ਵਿੱਚ ਟੱਕਰ ਮਾਰੀ ਸੀ ਜਿਸ ਦੀ ਵਜ੍ਹਾ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ। ਸਿੱਧਕ ਅਤੇ ਸਰੂਪ ਉਦੋਂ ਛੋਟੇ ਸਨ, ਬੱਚੇ ਸਨ, ਪਰ ਅੱਜ ਉਹ ਜਵਾਨ ਹੋ ਚੁੱਕੇ ਹਨ। ਉਹਨਾਂ ਨੂੰ ਜਨਮ ਦਿਨ ਦੀਆਂ सारे इकट्ठे होके बर्थडे मनाइए, ऊंची ऊंची है काला के गीत हो गाइए। हैप्पी बर्थडे टू यू, हैप्पी बर्थडे टू ਅਗਲੇ ਸੈਗਮੈਂਟ ਦੇ ਵਿੱਚ ਤੁਹਾਨੂੰ ਜਲੰਧਰ ਲੈ ਚੱਲਦੇ ਹਾਂ ਜਿੱਥੇ ਅਨੂਜਾ ਸ਼ਰਮਾ ਹੁਣੀ ਗੁਰਪ੍ਰੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰ ਰਹੇ ਹਨ। ਗੁਰਪ੍ਰੀਤ ਸਿੰਘ ਜਿਹੜੇ ਕਿ ਸਾਈਕਲਿਸਟ ਹਨ ਔਰ ਉਹਨਾਂ ਦਾ ਵਜ਼ਨ ਕਾਫੀ ਸੀ। ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਆ ਗਈਆਂ ਸਨ। ਕਹਿੰਦੇ ਹੁੰਦੇ ਨਾ ਐਕਸਰਸਾਈਜ਼ ਜਿਹੜਾ ਸਭ ਤੋਂ ਵੱਡਾ ਇਲਾਜ ਹੈ ਕਿ ਤੁਸੀਂ ਬਿਮਾਰੀਆਂ ਤੋਂ ਬਚੇ ਰਹੋ, ਜਿਸ ਦੇ ਵਿੱਚ ਸਿੰਪਲ ਜੇ ਕਹੀਏ ਤੇ ਅਸਰਦਾਇਕ ਐਕਸਰਸਾਈਜ਼ ਦੇ ਵਿੱਚ ਆਉਂਦੇ ਹਨ ਵਾਕ ਕਰਨਾ, ਤੁਰਨਾ, ਦੌੜਨਾ ਜਾਂ ਫਿਰ ਸਾਈਕਲ ਚਲਾਉਣਾ। ਬਹੁਤ ਹੀ ਸਿੰਪਲ ਅਤੇ ਕਾਰਗਰ ਜਿਹੜੀਆਂ ਐਕਸਰਸਾਈਜ਼ ਮੰਨੀਆਂ ਜਾਂਦੀਆਂ ਹਨ। ਸੋ ਗੁਰਪ੍ਰੀਤ ਹੁਣਾਂ ਨੇ ਕਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਔਰ ਸਾਈਕਲਿੰਗ ਦੇ ਵਿੱਚ ਉਹਨਾਂ ਨੇ ਨਵੇਂ ਰਿਕਾਰਡ ਬਣਾਏ। ਇੱਕ ਹੀ ਦਿਨ ਦੇ ਵਿੱਚ 100 ਕਿਲੋਮੀਟਰ ਉਹਨਾਂ ਨੇ ਸਾਈਕਲ ਚਲਾਇਆ, ਉਹ ਵੀ ਲਗਾਤਾਰ 300 ਦਿਨ। ਆਓ ਅਨੂਜਾ ਸ਼ਰਮਾ ਹੁਣਾਂ ਦੀ ਇਹ ਬੜੀ ਹੀ ਰੌਚਕ ਅਤੇ ਜਾਣਕਾਰੀ ਭਰਪੂਰ ਗੱਲਬਾਤ ਤੁਹਾਡੇ ਵਾਸਤੇ ਹਾਜ਼ਰ ਕਰਦੇ ਹਾਂ। ਆਪਣੀ ਸਿਹਤ ਦੀ ਤਕਲੀਫਾਂ ਨੂੰ ਦੇਖਦੇ ਹੋਏ ਸਾਈਕਲਿੰਗ ਸ਼ੁਰੂ ਕੀਤੀ ਤੇ ਸਾਈਕਲਿੰਗ ਦਾ ਜਿਹੜਾ ਮੋਹ ਪਿਆ ਉਹ ਇੰਨਾ ਜ਼ਿਆਦਾ ਪਿਆ ਕਿ ਅੱਜ ਉਹ ਸਾਈਕਲਿੰਗ ਦੇ ਵਿੱਚ ਰਿਕਾਰਡ ਬਣਾ ਚੁੱਕੇ ਨੇ। 300 ਦਿਨ ਦੇ ਵਿੱਚ ਰੈਗੂਲਰ 100 ਕਿਲੋਮੀਟਰ ਸਾਈਕਲਿੰਗ ਕਰਨ ਦਾ ਇਹ ਇਹਨਾਂ ਨੇ ਆਪਣੇ ਨਾਮ ਰਿਕਾਰਡ ਦਰਜ ਕਰਾ ਲਿਆ ਹੈ। ਪਹਿਲਾਂ ਕਰਦੇ ਨੇ ਸਵਾਗਤ, ਬਹੁਤ ਸਵਾਗਤ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਕਿਵੇਂ ਸੋਚਿਆ, ਕਿਸ ਚੀਜ਼ ਨੇ ਮੋਟੀਵੇਟ ਕੀਤਾ ਤੁਹਾਨੂੰ? ਮੈਮ ਇਸ ਤਰ੍ਹਾਂ ਹੈ ਕਿ ਸਾਈਕਲਿੰਗ ਦਾ ਵੈਸੇ ਬਚਪਨ ਤੋਂ ਹੀ ਕਰ ਰਹੇ ਸੀਗੇ, ਬਟ ਵਿੱਚ ਆਪਣੇ ਕੰਮਾਂ ਕਾਰਾਂ ਦੇ ਚੱਕਰਾਂ ਦੇ ਵਿੱਚ ਰੁਝਾਨ ਕਾਫੀ ਰਹੇ ਜਿਹਦੇ ਕਰਕੇ ਅਸੀਂ ਸਾਈਕਲਿੰਗ ਵਗੈਰਾ ਛੱਡ ਦਿੱਤੀ। ਉਹਦੇ ਕਰਕੇ ਅਸੀਂ ਕਾਫੀ ਸਾਰੀ ਪ੍ਰੋਬਲਮਸ ਦੇ ਵਿੱਚ ਘਿਰ ਗਏ, ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਹੋ ਗਿਆ, ਕੋਲੇਸਟ੍ਰੋਲ ਹੋ ਗਿਆ, ਯੂਰਿਕ ਐਸਿਡ ਹੋ ਗਿਆ, ਸਕਿਨ ਐਲਰਜੀ ਟਾਈਪ ਇੱਦਾਂ ਕਾਫੀ ਪ੍ਰੋਬਲਮਸ ਆਉਣ ਲੱਗ ਪਈਆਂ। ਓਵਰਵੇਟ ਹੋ ਗਿਆ, 106 kg ਦੇ ਕਰੀਬ weight ਸੀਗਾ। ਡਾਕਟਰਸ ਕੋਲ ਜਾਈਦਾ ਸੀਗਾ, OPD ਅਟੈਂਡ ਕਰੀਦੀ ਸੀਗੀ ਤੇ ਤਕਰੀਬਨ ਡਾਕਟਰ ਚੇਂਜ ਕੀਤੇ ਕਈ, ਸਾਰਿਆਂ ਦਾ ਇੱਕੋ ਵਰਜਨ ਸੀਗਾ, ਤੁਸੀਂ ਵਾਕ ਕਰਦੇ ਹੋ, ਐਕਸਰਸਾਈਜ਼ ਕਰਦੇ ਹੋ। ਕਰੀਦੀ ਸੀਗੀ ਨਹੀਂ, ਉੱਦਾਂ ਹੀ ਕਹਿ ਗਏ ਉਹਦੇ ਹਾਂਜੀ ਕਰਦੇ ਆ। ਮਨ 'ਚ ਆਇਆ ਕਿ ਚਲੋ ਦੇਖੀਏ, ਇਹ ਵੀ ਕਰਕੇ ਦੇਖੀਏ ਕਿੰਨਾ ਫਰਕ ਪੈਂਦਾ ਹੈ। ਬਿਲਕੁਲ। ਤੇ ਫਿਰ ਮੈਂ 25-30 ਕਿਲੋਮੀਟਰ ਚਲਾਉਣ ਲੱਗ ਪਿਆ ਸਾਈਕਲ। ਉਸ ਤੋਂ ਬਾਅਦ ਮੈਨੂੰ ਲੱਗਾ ਕਿ ਬਈ ਇਹਨੂੰ ਅਪਗ੍ਰੇਡ ਕੀਤਾ ਜਾਵੇ, ਕਿਉਂਕਿ ਜਦੋਂ ਮੈਂ ਮਾਰਨਿੰਗ ਨਿਕਲਦਾ ਸੀਗਾ ਬਹੁਤ ਵਧੀਆ ਮੌਸਮ ਹੁੰਦਾ ਸੀਗਾ, ਸਾਫ ਸੁਥਰਾ এনवायरमेंट, ਠੰਡੀ ਹਵਾ ਔਰ ਸਨਰਾਈਜ਼ ਵਗੈਰਾ ਦੇਖ ਕੇ ਬਹੁਤ ਮਨ ਨੂੰ ਅੱਛਾ ਲੱਗਦਾ ਸੀਗਾ। ਹਾਂਜੀ। ਤੇ ਸਰ ਹੁਣ ਕਿੰਨਾ ਕੁ weight ਹੈਗਾ? ਜੇਕਰ ਸਾਈਕਲਿੰਗ ਕੀਤੀ ਹੈ ਤੇ ਹੁਣ ਕਿੰਨਾ ਕੁ weight ਹੈ? 81 ਦੇ ਕਰੀਬ ਹੈਗਾ ਬਸ ਇੱਦਾਂ। ਹਾਂਜੀ। ਤੇ ਫਿਰ ਮੈਂ 25-30 ਕਿਲੋਮੀਟਰ ਚਲਾਉਣ ਲੱਗ ਪਿਆ ਸਾਈਕਲ। ਜਦੋਂ ਮੈਂ ਮਾਰਨਿੰਗ ਨਿਕਲਦਾ ਸੀਗਾ ਬਹੁਤ ਵਧੀਆ ਮੌਸਮ ਹੁੰਦਾ ਸੀਗਾ, ਸਾਫ ਸੁਥਰਾ এনवायरमेंट, ਠੰਡੀ ਹਵਾ ਔਰ ਸਨਰਾਈਜ਼ ਵਗੈਰਾ ਦੇਖ ਕੇ ਬਹੁਤ ਮਨ ਨੂੰ ਅੱਛਾ ਲੱਗਦਾ ਸੀਗਾ। ਤੁਸੀਂ 106 ਤੋਂ 81 ਕਿਲੋ ਤੱਕ ਆ ਗਏ, 81-82 ਤੱਕ ਆ ਗਏ, ਹੈ ਨਾ? ਡਾਈਟ ਦਾ ਕਿਹੋ ਜਿਹਾ ਧਿਆਨ ਰੱਖਿਆ? ਕੀ ਛੱਡਿਆ, ਕੀ ਜ਼ਿਆਦਾ ਇਨਟੇਕ ਕਰਨਾ ਸ਼ੁਰੂ ਕੀਤਾ? ਮੈਮ ਪਹਿਲੋਂ ਤੇ ਡਾਈਟ ਮੇਰੀ ਬੜੀ ਕੰਟਰੋਲ ਸੀਗੀ, ਲਿਮਿਟੇਸ਼ਨ ਸੀਗੀਆਂ। ਹਾਂਜੀ। ਆਹ ਚੀਜ਼ ਨਹੀਂ ਖਾਣੀ, ਉਹ ਚੀਜ਼ ਨਹੀਂ ਖਾਣੀ, ਇਦਾਂ ਨਹੀਂ ਕਰਨਾ, ਉਹ ਸਾਰੀ ਰੈਸਟ੍ਰਿਕਸ਼ਨਸ ਖਤਮ ਹੋ ਗਈਆਂ। ਅੱਛਾ। ਹੁਣ ਹੈ ਕਿ ਜਿੰਨਾ ਮਰਜ਼ੀ ਖਾਓ,
इन प्रोपोर्शनेट टू योर साइकिलिंग वर्कआउट। जे मैं 100-200 किलोमीटर चलाना है इन ए डे, फिर मैं उस हिसाब नाल खाना है। जे मैं उस तो ज़्यादा चलाना उस हिसाब नाल खाना है। मीनस कि परपज़ ये होंदा बॉडी दे विच ज़्यादा तो ज़्यादा कार्ब्स वगैरह ऐड किए जान तां जो वो सारे राइड दे विच काम आन। मतलब भी कहण दा भाव कि रिस्ट्रिक्शन नहीं है खाण दे, समा तुसीं ज़्यादा खांदे हो ज़्यादा चलाते हो। जिन्ना ज़्यादा खाओ उतना ज़्यादा चलाओ, साफ सुथरा वधिया हेल्दी खाना खाओ और अनलिमिटेड खाओ। मैं तो मेरा तो यही हैगा, ये नहीं कि आ नहीं खाना तो वो नहीं खाना। फ्रूट्स खाओ, वेजिटेबल्स लो, सारा मतलब पूरी फुल ऑन एंजॉय करो लाइफ। ਇੰਨੇ ਲੰਬੇ ਲੰਬੇ ਸਫ਼ਰਾਂ ਤੇ ਜਾਇਆ ਸਾਈਕਲਿੰਗ ਤੇ, ਕਿਹੜਾ ਸਭ ਤੋਂ ਅੱਛਾ ਸਫ਼ਰ ਲੱਗਿਆ? ਕਿਹੜੀ ਕੋਈ ਯਾਦ ਸਭ ਤੋਂ ਪਿਆਰੀ ਲੱਗੀ ਹੋਵੇ? ਮੈਨੂੰ ਮੇਰੇ 600 ਕਿਲੋਮੀਟਰ ਦਾ ਸਫ਼ਰ ਬਹੁਤ ਵਧੀਆ ਰਿਹਾ। ਅੱਛਾ ਇੱਥੋਂ ਜਲੰਧਰ ਤੋਂ ਗੋਲਡਨ ਟੈਂਪਲ ਦਰਬਾਰ ਸਾਹਿਬ ਜੀ, ਉਸ ਤੋਂ ਅਸੀਂ ਪਠਾਨਕੋਟ ਤੇ ਪਠਾਨਕੋਟ ਤੋਂ ਵਾਪਸ ਜਲੰਧਰ, ਫਿਰ ਅੰਬਾਲਾ, ਫਿਰ ਵਾਪਸ ਜਲੰਧਰ। 614 ਕਿਲੋਮੀਟਰ ਦੀ ਰਾਈਡ ਸੀਗੀ। ਸਾਈਕਲਿਸਟ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਵਧੀਆ ਸੀਗਾ ਹਾਂਜੀ। ਕਿਉਂਕਿ ਬਹੁਤ ਐਡਵੈਂਚਰਸ ਸੀਗਾ। ਕਿਉਂਕਿ ਜਦੋਂ ਮੈਂ ਪਠਾਨਕੋਟ ਪਹੁੰਚਣ ਲੱਗਾ ਸੀਗਾ ਅੰਮ੍ਰਿਤਸਰ ਤੋਂ, ਰਸਤੇ ਵਿੱਚ ਬਹੁਤ ਹਨੇਰੀ ਚੱਲੀ, ਝੱਖੜ ਚੱਲਿਆ ਔਰ ਬਹੁਤ ਤੂਫਾਨ ਸੀਗਾ, ਪਰ ਬਾਰਿਸ਼ ਬਹੁਤ ਜ਼ੋਰ ਦੀ ਪੈ ਗਈ। ਅੱਛਾ ਸ਼ਾਮ ਦਾ ਵੇਲਾ ਸੀਗਾ, ਨਿਕਲ ਗਏ ਬਾਰਿਸ਼ ਦੇ ਵਿੱਚ ਹੀ। ਤੇ ਪਠਾਨਕੋਟ ਤੋਂ ਲੈ ਕੇ ਜਲੰਧਰ ਤੱਕ ਤਕਰੀਬਨ 100 ਕਿਲੋਮੀਟਰ 100-125 ਕਿਲੋਮੀਟਰ ਦਾ ਸਟ੍ਰੈਚ ਸੀਗਾ। ਸਾਰੀ ਰਾਤ ਮੈਂ ਰਾਈਡ ਕਰਦਾ ਰਿਹਾ ਮੀਂਹ ਦੇ ਵਿੱਚ। ਅੱਛਾ ਔਰ ਇੰਨੀ ਠੰਡ ਲੱਗੇ ਪੁੱਛੋ ਹੀ ਨਾ। ਮਤਲਬ ਨਵੰਬਰ ਦਾ ਮਹੀਨਾ ਸੀਗਾ, ਠੰਡ ਲੱਗੇ, ਉੱਪਰੋਂ ਬਾਰਿਸ਼ ਹੋਵੇ ਤੇ ਨੇਰੀ ਝੱਖੜ ਪੂਰਾ ਮੈਂ ਕੰਪਲੀਟ ਕੀਤਾ। ਫਿਰ ਇੱਥੋਂ ਮੈਂ ਜਦੋਂ ਥੋੜਾ ਹੋਲਡ ਕੀਤਾ ਜਲੰਧਰ, ਫਿਰ ਮੈਂ ਫਗਵਾੜਾ ਸਾਈਡ ਨਿਕਲਿਆ। ਅੱਛਾ ਲੁਧਿਆਣੇ ਤੱਕ ਫਿਰ ਮੀਂਹ ਪੈਂਦਾ ਰਿਹਾ, ਅੱਛਾ ਬਟ ਉਸ ਤੋਂ ਬਾਅਦ ਹਟ ਗਿਆ। ਤੇ ਉਹ ਬੜੀ ਵਧੀਆ ਇੱਕ ਐਡਵੈਂਚਰਸ ਸੀਗੀ, ਫੀਲਿੰਗ ਆਫ ਅਕੰਪਲਿਸ਼ਮੈਂਟ ਸੀਗੀ ਕਿ ਮੈਂ ਇਹ ਕਰ ਪਾਇਆ। ਹਾਂਜੀ ਤੇ ਜੇ ਆਪਾਂ ਨਾਰਮਲ ਹਰ ਆਪਣੀ ਫੇਵਰੇਬਲ ਕੰਡੀਸ਼ਨ 'ਚ ਰਾਈਡ ਕਰੀਏ, ਠੀਕ ਹੈ ਬਾਡੀ ਕੰਫਰਟ ਹੁੰਦਾ, ਬਟ ਫੀਲਿੰਗ ਆਫ ਅਕੰਪਲਿਸ਼ਮੈਂਟ ਨਹੀਂ ਹੁੰਦੀ। ਹਾਂਜੀ ਤੇ ਇਸ ਕਰਕੇ ਮੇਰੀ ਉਹ ਬੜੀ ਯਾਦਗਾਰ ਰਾਈਡ ਸੀਗੀ। ਤੇ ਸਰ ਜਿਹੜਾ 300 ਦਿਨ ਲਗਾਤਾਰ 100 ਕਿਲੋਮੀਟਰ ਸਾਈਕਲਿੰਗ ਕਰਨ ਦਾ ਤੁਸੀਂ ਰਿਕਾਰਡ ਕਾਇਮ ਕੀਤਾ ਹੈਗਾ ਆ, ਉਹਦੀ ਕੋਈ ਯਾਦ ਹੋਵੇ? ਕਿਵੇਂ ਸੋਚਿਆ ਕਿ ਇਹ ਚੀਜ਼ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ? ਐਕਚੁਅਲੀ ਸਾਡੇ ਗਰੁੱਪ ਦੇ ਵਿੱਚ ਇੱਕ ਬਲਜੀਤ ਮਾਜਨ ਜੀ ਹੈਗੇ ਆ, ਜੀ ਉਹ ਵੀ ਸੈਂਚੁਰੀ ਰਾਈਡਸ ਕਰਦੇ ਹੁੰਦੇ ਆ। ਅੱਛਾ ਤੇ ਮੈਂ ਜਦੋਂ ਨਵਾਂ ਉਹਨਾਂ ਦੇ ਸੰਪਰਕ 'ਚ ਆਇਆ, ਸਟਾਰਟਿੰਗ 'ਚ ਮਿਲਿਆ, ਹਾਂਜੀ। ਤੇ ਉਹ ਮੈਨੂੰ ਕਹਿੰਦੇ ਮੈਂ ਇਦਾਂ ਸੈਂਚੁਰੀ ਰਾਈਡਸ ਕਰਦਾ। ਹਾਂਜੀ ਤੇ ਮੈਨੂੰ ਉਹਨਾਂ ਦੀ ਗੱਲ ਨਾ ਡਾਈਜੈਸਟ ਜੀ ਨਹੀਂ ਹੋਈ। ਮੈਂ ਕਿਹਾ ਹਾਊ ਇਟ ਇਜ਼ ਪੋਸੀਬਲ। ਉਹਨਾਂ ਦੇ ਬਾਰੇ ਥੋੜਾ ਸਰਚ ਕੀਤਾ, ਫਿਰ ਮੈਂ ਹੋਰ ਵੀਡੀਓਜ਼ ਵਗੈਰਾ ਦੇਖਿਆ, ਫਿਰ ਮੈਨੂੰ ਲੱਗਿਆ ਨਹੀਂ ਇਹ ਪੋਸੀਬਲ ਤਾਂ ਹੈਗਾ ਆ। ਦੈਨ ਆਈ ਸਟਾਰਟਡ ਪ੍ਰੈਕਟਿਸਿੰਗ ਕਰਨਾ ਸ਼ੁਰੂ ਕਰ ਦਿੱਤਾ। ਤੇ ਫਿਰ ਮੈਂ ਜੋ ਰਾਈਡਸ ਕੀਤੀਆਂ ਰੈਂਡਮਲੀ ਸੈਂਚੁਰੀ ਰਾਈਡਸ, ਤਾਂ ਮੈਨੂੰ ਲੱਗਾ ਕਿ ਕੌਨਫੀਡੈਂਸ ਆਇਆ ਕਿ ਮੈਂ ਕਰ ਸਕਦਾ ਹੈਗਾ। ਜੀ ਇਸੇ ਤਰ੍ਹਾਂ ਮੈਂ ਪਤਾ ਨਹੀਂ ਅੰਦਰੋਂ ਮੋਟੀਵੇਸ਼ਨ ਸੀਗਾ ਜਾਂ ਬਾਹਰੋਂ ਸਪੋਰਟ ਸੀਗਾ, ਕੀ ਹੋਇਆ ਉਹ ਜਿੱਦਾਂ ਨਾ ਚੱਲਦਾ ਹੀ ਆ ਸਿਸਟਮ ਸਾਰਾ। ਤੇ ਅਲਟੀਮੇਟਲੀ 300 ਡੇਜ਼ ਆਫ ਰਾਈਡਸ ਮੈਂ ਕਰ ਲਈਆਂ, ਜਿਹਦੇ ਵਿੱਚ ਰੋਜ਼ 100 ਤਾਂ ਸੀਗੀ 300 ਤੋਂ ਲੈ ਕੇ 400 ਕਿਲੋਮੀਟਰ ਵੀ ਰਾਈਡ ਕੀਤੀ ਹੈ। ਉਹ ਬਰੇਵੇ ਹੁੰਦੀਆਂ, ਉਹ ਵੀ ਵਿੱਚ ਮੈਂ ਕੰਪਲੀਟ ਕੀਤੀ। 21 ਡੇਜ਼ SR ਕਰਾਈ ਸੀਗੀ। ਹਾਂਜੀ ਲੋਕਲ ਜਲੰਧਰ ਇੱਕ ਕਲੱਬ ਹੈਗਾ, ਹਾਂਜੀ ਤੇ ਉਹ ਵੀ ਮੈਂ ਕੰਪਲੀਟ ਕੀਤੇ ਉਹਦੇ ਵਿੱਚ। ਅੱਛਾ ਫਿਰ ਮੈਨੂੰ ਹੋਰ ਕੌਨਫੀਡੈਂਸ ਆ ਗਿਆ ਕਿ ਨਹੀਂ ਮੈਂ 100 ਨਹੀਂ, ਮੈਂ 100 ਦੇ ਨਾਲ 400 ਵੀ ਕਰ ਸਕਦਾ ਹਾਂ। ਅੱਛਾ ਹਾਂਜੀ। ਕਿ ਜਿਵੇਂ 100 ਕਿਲੋਮੀਟਰ ਜਾਣਾ ਆ, 200 ਕਿਲੋਮੀਟਰ ਜਾਣਾ ਆ, ਕਿੰਨੀ ਕੁ ਸਪੀਡ ਰੱਖਦੇ ਹੋ ਆਪਣੀ ਸਾਈਕਲਿੰਗ ਦੀ? ਤੋਂ ਤੇ ਸ਼ਾਰਟ ਰਾਈਡਸ ਹੁੰਦੀਆਂ ਜਿੱਦਾਂ 30-40 ਕਿਲੋਮੀਟਰ, ਹਾਂਜੀ। ਉਦੋਂ ਤਾਂ ਅਸੀਂ ਐਵਰੇਜ ਸਪੀਡ 30, 32, 33 ਤੱਕ ਵੀ ਆ ਜਾਂਦੀ ਹੈ। ਤੇ ਸਪੀਡ ਜਿਹੜੀ ਆਪਾਂ ਰੈਂਡਮਲੀ ਹੁੰਦੀ ਹੈ 45 ਤੱਕ ਵੀ ਚਲੀ ਜਾਂਦੀ ਹੈ, ਕਈ ਵਾਰੀ 50 ਦੇ ਆਸ-ਪਾਸ ਟੱਚ ਕਰ ਜਾਂਦੀ ਹੈ। ਤੇ ਉਹ ਜਦੋਂ ਫਲੋ ਬਣ ਜਾਂਦਾ ਇੱਕਦਮ, ਮਤਲਬ ਬਾਡੀ ਗਰਮ ਹੋ ਜਾਂਦੀ ਹੈ, ਪੂਰਾ ਇੱਕਦਮ ਫਲੋ 'ਚ ਆ ਜਾਂਦਾ। ਫਿਰ ਆਪਾਂ ਨੂੰ ਪਤਾ ਨਹੀਂ ਹੁੰਦਾ ਸੀ ਸੀਟ ਤੇ ਬੈਠੇ ਕਿੱਥੇ, ਬਸ ਪੂਰਾ ਮਾਈਂਡ ਐਨ ਫੋਕਸ ਹੁੰਦਾ ਸਾਈਕਲਿੰਗ ਵੱਲ। ਤੇ ਜਦੋਂ ਅਸੀਂ ਐਂਡੂਰੈਂਸ ਰਾਈਡ ਕਰਦੇ ਹਾਂ 200, 300, 400, ਉਦੋਂ ਪਰਪਸ ਸਪੀਡ ਦਾ ਨਹੀਂ ਹੁੰਦਾ। ਤੇ ਉਦੋਂ ਪਰਪਸ ਇਹ ਹੁੰਦਾ ਹੈ ਕਿ ਅਸੀਂ ਉਹ ਰਾਈਡ ਕੰਪਲੀਟ ਕਰਨੀ ਹੈ ਵਿਦਿਨ ਏ ਸਟੈਂਡਰਡ ਪੀਰੀਅਡ ਆਫ ਟਾਈਮ। ਤੇ ਫਿਰ ਸਾਡਾ ਬਾਡੀ ਦਾ ਪ੍ਰੋਪਰ ਮੈਕੈਨਿਜ਼ਮ ਨੂੰ ਕੋਰਿਲੇਟ ਕਰਦੇ ਹੋਏ ਤੇ ਇੱਕ ਸਪੀਡ ਮੇਨਟੇਨ ਕਰ ਲਈਦੀ ਹੈ 25-30 ਦੇ ਵਿੱਚ ਤੇ ਫਿਰ ਉਹ ਰਾਈਡ ਕੰਪਲੀਟ ਕਰ ਲਈਦੀ ਹੈ। ਤੁਸੀਂ ਬਾਈ ਪ੍ਰੋਫੈਸ਼ਨ ਅਕਾਊਂਟਸ ਦੇ ਟੀਚਰ ਹੋ ਤੇ ਇੱਧਰ ਹੁਣ ਤੁਸੀਂ ਸਾਈਕਲਿੰਗ ਵਗੈਰਾ ਕਰ ਰਹੇ ਹੋ, ਸਾਈਕਲਿੰਗ ਨੇ ਵੀ ਤੁਸੀਂ ਰਿਕਾਰਡ ਕਾਇਮ ਕਰ ਦਿੱਤਾ ਇੱਕ, ਤੇ ਹੁਣ ਬੱਚੇ ਨਹੀਂ ਪੁੱਛਦੇ ਸਾਡੇ ਸਟਾਰ ਟੀਚਰ ਆ ਰਹੇ ਆ? ਹਾਂ ਮੈਮ, ਜਦੋਂ ਵੀਡੀਓਜ਼ ਵਗੈਰਾ ਸ਼ੇਅਰ ਹੁੰਦੀਆਂ ਨਾ ਉਹਨਾਂ ਨਾਲ ਜਾਂ ਫੇਸਬੁੱਕ ਤੇ ਜਾਂ ਕਿਸੇ ਹੋਰ ਮੀਡੀਅਮ ਥਰੂ ਮੈਨੂੰ ਦੇਖਦੇ ਆ। ਈਵਨ ਕਿ ਮੇਰੇ ਕੋਲ ਬੱਚੇ ਪੜ੍ਹ ਕੇ ਬਾਹਰ ਕੈਨੇਡਾ ਵਗੈਰਾ ਵੀ ਜਾਂਦੇ ਆ, ਹੋਰ ਅਲੱਗ-ਅਲੱਗ ਕੰਟਰੀਜ਼ 'ਚ UK ਵਗੈਰਾ ਜਾਂਦੇ ਆ। ਹਾਂਜੀ ਤੇ ਉਹਨਾਂ ਦਾ ਫੇਸਬੁੱਕ ਦੇ ਦੇਖਦੇ ਆ ਜਾਂ ਇੰਸਟਾ ਤੇ ਦੇਖਦੇ ਆ
है ना, तो WhatsApp वगैरह ते कॉन्टैक्ट होंगे तो वो मैनू रिवर्ट करते, मेरे नाल गलबात करते तो वो बड़ा एंथुसियास्ट फील करते कि असीं इन्हां सर तो पढ़े हुए हैं जिन्होंने इधर रिकॉर्ड वगैरह बनाया या साइकिलिंग करते, क्योंकि उन्होंने मैनू कई मेरे ओल्ड स्टूडेंट्स है उन्होंने मैंने देखा 106 kg वेट दे विच भी, अच्छा, तो वो काफ़ी मोटिवेट होए, तो अपने अपने रीजन से कोई कैनेडा UK है तो उत्थे भी अपनी राइडिंग करनी शुरू करती मोटिवेट। सर हुण एक रिकॉर्ड ਤਾਂ कायम कर लिया, ਅੱਗੇ ਕਿਹੜੇ ਰਿਕਾਰਡ ਹੋ ਰਹੇ ਜਿਹਦੇ ਪਲਾਨ ਕਰ ਰਹੇ ਹੋ? नॉर्मली 49-50 ਦੇ ਵਿੱਚ ਆ ਕੇ ਸਾਰੇ ਬੰਦੇ ਇੱਕ ਦੂਸਰੇ ਪੜਾਅ 'ਚ ਚਲੇ ਜਾਂਦੇ ਲਾਈਫ ਦੇ ਕਿ ਬੱਚਿਆਂ ਦੀ ਸ਼ਾਦੀ ਕਰਨੀ ਆ, ਅਸੀਂ ਰਿਟਾਇਰਮੈਂਟ ਵੱਲ ਆ ਗਏ ਆ, ਦੇ ਉਹਨਾਂ ਦੀ ਲਾਈਫ ਸਲੋ डाउन हो जाती है। बट मैं मैसेज देना चाहांगा कुछ अच्छी अचीवमेंट्स करके कुछ होर भी सारे ਨੂੰ ਇਹ लगे कि नहीं इदा नहीं होंदा, लाइफ ਦਾ हर एक स्टेज अपने आप 'ਚ इंपॉर्टेंट है और हर बंदा किसी भी उम्र ਦੇ ਵਿੱਚ कुछ भी अचीव कर सकते ਜੇ ਚਾਹੇ ਤਾਂ, ਚਾਹ बहुत ज़रूरी है। तो ਉਹੀ ਮੈਸੇਜ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਕੁਝ ਇੱਕ ਅਚੀਵਮੈਂਟਸ ਕਰਨਾ ਚਾਹਾਂਗੇ, ਜਿਸ ਤਰ੍ਹਾਂ ਕਸ਼ਮੀਰ ਟੂ ਕੰਨਿਆਕੁਮਾਰੀ ਸੋਚ ਰਿਹਾ ਹੈਗਾ, ਜਾਂ ਆਪਣੇ श्रीनगर टू लेह लद्दाख राइड करने की सोच रहे हैं, या कुछ और नॉन स्टॉप राइड्स वगैरह, जिस तरह देखा कोई अच्छे प्लान करांगा मैं। ਤੇ ਸਰ ਗਿਨੀਜ਼ ਬੁੱਕ ਰਿਕਾਰਡ ਜਾਂ ਲਿਮਕਾ ਬੁੱਕ ਰਿਕਾਰਡ ਦੇ ਵਿੱਚ ਆਪਣੀ ਕੋਈ ਰਿਕਾਰਡ ਦਰਜ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ? मैम जिस तरह उन्होंने मेरा इंडिया बुक ऑफ रिकॉर्ड से तो दर्ज होया है 300 डेज, तो उस तो काफ़ी मोटिवेट होकर मैं लिमका बुक ऑफ रिकॉर्ड वास्ते भी अप्लाई किया है, तो वो भी काफ़ी जल्दी एक्नॉलेज हो जाएगा उन्होंने वालों भी। तो इन्होंने चीज़ों तो हूँ मैं मोटिवेट हो रहे हैं, तो हम कुछ एक इवेंट्स करांगे गिनीज बुक ऑफ वर्ल्ड रिकॉर्ड के पॉइंट ऑफ व्यू के नाल, तो वो भी परमात्मा की जो कृपा होए तो दर्ज होएगा। बहुत बहुत शुक्रिया सर ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਾਡੇ ਦਰਸ਼ਕਾਂ ਨੂੰ ਮੋਟੀਵੇਟ ਕਰਨ ਲਈ ਸਾਈਕਲਸ ਵਾਸਤੇ ਕਿ ਸਾਈਕਲਿੰਗ ਕੀਤੀ ਜਾਵੇ। ਇਹ ਤਾਂ ਸਨ ਅਨੂਜਾ ਸ਼ਰਮਾ ਜੀ ਜਲੰਧਰ ਤੋਂ ਗੁਰਪ੍ਰੀਤ ਸਿੰਘ ਹੋਣਾ ਦੇ ਨਾਲ, ਤੇ ਹੁਣ ਤੁਹਾਨੂੰ ਜਿੱਥੇ ਰਿਸ਼ੀ ਨਾਗਰ ਹੋਣਾ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਨੇ ਮਾਸਟਰ ਬਚਿੱਤਰ ਸਿੰਘ ਗਿੱਲ, ਤੇ ਗੱਲ ਕਰ ਰਹੇ ਹਨ ਬਾਬੂ ਰਾਜਬਲੀ ਹੋਣਾ ਦੀ। ਪਿਛਲਾ ਸੈਗਮੈਂਟ ਤੁਸੀਂ ਪਸੰਦ ਕੀਤਾ ਸੀ, ਇਹ ਉਸ ਦੀ ਅਗਲੀ ਕੜੀ ਹੈ। एक बार फिर आप सब का स्वागत है। साडे नाल स्टूडियो विच मास्टर बचित्र सिंह गिल जी हाज़र ने। मास्टर जी एक बार फिर तुहाडा स्वागत। मेहरबानी, शुक्रिया। पिछली बार असीं गल कीती बाबू राजबली हुणां दी। जी, बाबू राजबली 1947 ਵਿੱਚ ਦੇਸ਼ ਦੀ ਵੰਡ ਵਿੱਚ ਪਾਕਿਸਤਾਨ ਉਕਾੜੇ ਚਲੇ ਗਿਆ, ਜਿਵੇਂ ਤੁਸੀਂ ਦੱਸਿਆ ਸੀ, ਪਰ ਕੀ ਉਹ ਕਦੇ ਵਾਪਸ ਵੀ ਆਏ? ਜੀ ਰਿਸ਼ੀ ਜੀ ਉਹ ਮਾਰਚ 1965 ਵਿੱਚ ਇੱਕ ਵਾਰ ਆਏ ਸੀ 18 ਸਾਲ ਬਾਅਦ ਜੀ, ਲੇਕਿਨ ਉਸ ਵੇਲੇ ਉਹਨਾਂ ਦੇ ਪਿੰਡ ਦੇ ਵਿੱਚ ਬਹੁਤ ਵੱਡਾ 4 ਦਿਨ ਮੇਲਾ ਲੱਗਿਆ ਰਿਹਾ। ਉੱਥੇ 50 ਤੋਂ ਉੱਪਰ ਕਵੀਸ਼ਰਾਂ ਦੇ ਜਥੇ ਆਏ ਜੀ, ਔਰ ਉਹਦੇ ਬਾਬੂ ਜੀ ਨੂੰ ਇੰਨੀਆਂ ਪੱਗਾਂ ਇਕੱਠੀਆਂ ਕਰਕੇ ਭੇਟ ਕੀਤੀਆਂ ਵੀ ਪੰਡਾਂ ਵੱਜ ਗਈਆਂ। ਤਾਂ ਉਹ ਬਾਬੂ ਜੀ ਉਦੋਂ ਫਿਰ ਜੰਗ ਦੇ ਕੋਈ ਹਾਲਾਤ ਬਣ ਗਏ ਪਾਕਿਸਤਾਨ ਨਾਲ, ਤਾਂ ਬਦਕਿਸਮਤੀ ਵੀ ਸਾਡੀ ਇਹੀ ਆ ਵੀ ਲੋਕਾਂ ਦਾ ਜਿਹੜਾ ਲਿੰਕ ਸੀਗਾ ਉਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਟੁੱਟ ਜਾਂਦਾ ਰਹਿੰਦਾ ਹੈ। ਤਾਂ ਬਾਬੂ ਜੀ ਨੂੰ 20 ਦਿਨਾਂ ਬਾਅਦ ਹੀ ਵਾਪਸ ਮੁੜਨਾ ਪੈ ਗਿਆ, ਔਰ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੈ ਮੁੜ ਕੇ ਉਹ ਕਦੇ ਨਹੀਂ ਆ ਸਕੇ ਚਾਹੁਣ ਦੇ ਬਾਵਜੂਦ ਵੀ। ਤੇ ਸਾਡੀ ਅੱਜ ਦੀ ਰਚਨਾ ਉਸੇ ਤੇ ਹਾਂਜੀ, ਜਿਹੜੀ ਅੱਜ ਦੀ ਰਚਨਾ ਹੈ ਜੀ, ਇਹ ਬਾਬੂ ਜੀ ਨੇ ਆਉਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਲਿਖ ਕੇ ਭੇਜੀ ਸੀ, ਔਰ ਨਾਲ ਲਿਖਿਆ ਸੀਗਾ ਕਿ ਇਹ ਮੇਰੇ ਆਏ ਤੋਂ ਉਹ ਦੀਵਾਨ ਦੇ ਵਿੱਚ ਗਾਉਣੀ ਹੈ ਜੀ। ਕਵੀਸ਼ਰੀ ਖਾੜਾ ਸੀਗਾ ਜਾਨੀ ਉਹਦੇ 'ਚ ਇਹ ਬੜੀ ਇਹਦੇ 'ਚ ਐਂਡ ਤੇ ਜਾ ਕੇ ਇੱਕ ਬੜੀ ਭਾਵਕਤਾ ਵਾਲੀ ਗੱਲ ਆ ਜੀ। ਤਾਂ ਭਾਵਕਤਾ ਉਹ ਹਮੇਸ਼ਾ ਹੀ ਰਹਿੰਦੇ ਸੀ, ਭਾਵਕ ਹੋ ਕੇ ਲਿਖਦੇ ਸੀ। ਤਾਂ ਉਹ ਹੈਗਾ ਬਈ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ਜੀ। नंग कंगला हरी जान हो चाहे सरदार करे कोई है सी, पता लगदा उजड़ के ते चीज नी बतन प्यारे जैसी। बन टुट गया सबरदा जी गमा दी नहर चढ़ गईयां कांगा, मैनू उठदे बैठदे नू रहन हर वक्त वतन दियां तांगा। टह गए किंगरे दिलां दे जी मेरियां रहन दलीलां डिगी
ਗਈਆਂ ਮੈਂ ਵਾਂਗ ਸ਼ਦਾਈਆਂ ਦੇ ਨੀਵੀਂ ਪਾ ਬਹਿ ਜਾ ਢਾਲ ਕੇ ਰਿਗੀਆਂ ਰਤ ਸਿਮਦੀ ਅੱਖੀਆਂ ਚੋਂ ਜਿਗਰ ਤੇ ਮਾਰੇ ਵਿਛੋੜਾ ਸੰਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਹੇਠੋਂ ਧਰਤੀ ਨਿਕਲ ਜੂਗੀ ਕਰਾਂ ਜੇ ਬਿਆਨ ਸਿਰਾਂ ਤੇ ਵਰਤੀ ਕਿਸੇ ਵੇਲੇ ਭੁੱਲਦੇ ਨਾ ਅੰਮਾਂ ਦੇ ਕੋਠੇ ਬਾਪ ਦੀ ਧਰਤੀ ਯਾਰਾਂ ਨਾਲ ਬੀਤਣੀ ਸੀ ਕਿਤੋਂ ਨਾ ਮਿਲਣ ਸੁਣਨ ਸ਼ੌਕ ਦੀਆਂ ਬਾਂਗਾਂ ਯਾਰਾਂ ਨਾਲ ਬੀਤਣੀ ਸੀ ਕਿਤੋਂ ਨਾ ਸੁਣਨ ਸ਼ੌਕ ਦੀਆਂ ਬਾਂਗਾਂ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਵੇਖੇ ਕਿਲੇ ਰਿਆਸਤ ਦੇ ਰਾਜੇ ਦੇ ਮਹਿਲ ਬੜੇ ਨਾ ਅੰਦਰ ਕਪਤਾਨ ਟੀਮ ਦਾ ਸਾਂ ਖੇਡਣ ਗਏ ਕ੍ਰਿਕਟ ਜਲੰਧਰ ਕਦੇ ਮੈਂ ਤੇ ਅਰਜਨ ਨੇ ਮਾਰੀਆਂ ਸਿੱਖੇ ਚਿੜੀ ਛਲਾਂਗਾਂ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਪਾਉਂਦੇ ਘੁੰਮਰਾ ਲਹਿੰਗੇ ਸੀ ਕੁੜਤੀਆਂ ਮੜੀਆਂ ਨਾਲ ਕਤੂਨਾ ਬਹਿ ਸੱਥ ਚ ਵੇਖਦੇ ਸਾਂ ਪਾਣੀ ਭਰਨ ਭਾਬੀਆਂ ਮੂਨਾ ਵੇਲਾ ਚੇਤੇ ਆ ਜੇ ਜਾਂ ਸੁੱਤਾ ਪਿਆ ਉੱਠ ਪਾ ਮਾਰ ਕੇ ਚਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਜਲ ਚਾਂਦੀ ਵਰਗਾ ਸੀ ਪਟੜੀਆਂ ਉੱਤਰ ਬਰਮ ਤੇ ਬਹਿਣਾ ਜਲ ਚਾਂਦੀ ਵਰਗਾ ਸੀ ਪਟੜੀਆਂ ਉੱਤਰ ਬਰਮ ਤੇ ਬਹਿਣਾ ਰਾਮਪੁਰ ਤੇ ਦੋਦਰ ਜੀ ਕਹਿਰੇ ਜਗਰਾਵਾਂ ਮੋੜ ਤੇ ਸ਼ੈਣਾ ਗਏ ਮਹਾਬੱਦਰੋਂ ਸੀ ਸੂਏ ਦੀ ਬੰਨਣ ਟੋਟ ਅੜਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਵਿਸ਼ੇ ਪਲੰਗਨ ਵਾਰੀ ਸੀ ਫੁੱਲਾਂ ਦੀ ਮਹਿਕ ਬਾਗ ਵਿੱਚ ਟੈਲਾਂ ਬੱਕੀ ਮੁਰਦੇ ਖਾਂ ਮਿਰਜ਼ੇ ਖਾਨ ਦੀ ਜੀ ਪਾਉਂਦੀ ਜਾਂਦੀ ਨਹਿਰ ਤੇ ਪਹਿਲਾਂ ਨਾਲ ਰਲ ਜੇ ਹਵਾ ਦੇ ਉਹ ਸ਼ੀਸ਼ ਮੂੰਹ ਤੋੜ ਸ਼ਮਕ ਨੂੰ ਛਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਠੇਕੇਦਾਰ ਅਨੇਕਾਂ ਨੇ ਮੇਰੇ ਕੋਲ ਰਹਿ ਕੇ ਬੜੇ ਸੁਖ ਭੋਗੇ ਜੱਟ ਦਿਲੋਂ ਭਲਾਉਂਦੇ ਨਾ ਜਿਨ੍ਹਾਂ ਦੇ ਲਾਤੇ ਦਾਸ ਨੇ ਮੋਗੇ ਪੈਦਾਵਾਰ ਵਧਾਤੀ ਸੀ ਬੋਲ ਤੇ ਬੋਲ ਲਾਤੀਆਂ ਤਾਂਗਾਂ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਮੈਨੂੰ ਰੱਖ ਲੋ ਨਗਰ ਮੇ ਜੀ ਮੈਨੂੰ ਰੱਖ ਲੋ ਨਗਰ ਮੇ ਜੀ ਨਗਰ ਦੇ ਲੋਕੋ ਹੱਥਾਂ ਦੀਆਂ ਬਾਹੋ ਬਾਬੂ ਜਾਣ ਦੇ ਮਣਾ ਨਾ ਦਾਸ ਦੀ ਕਬਰ ਬਣਾ ਲੋ ਸਾਹੋ ਲਾਸ਼ ਦੱਬ ਦਿਓ ਜਿਵੇਂ ਮੇ ਜੀ ਸੱਚੇ ਕੋਲ ਭੌਰ ਪਹੁੰਚ ਜੂਗਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਵਾਹ ਜੀ ਵਾਹ ਵਾਹ ਮਾਸਟਰ ਜੀ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਹਫਤੇ ਫਿਰ ਮਿਲਾਂਗੇ ਵਿਸਾਖੀ ਤੋਂ ਬਾਅਦ ਅਸੀਂ ਇੱਕ ਸੈਗਮੈਂਟ ਸ਼ੁਰੂ ਕੀਤਾ ਸੀ ਸਿੱਖ ਇਤਿਹਾਸ ਦੇ ਪੰਨਿਆਂ ਚੋਂ ਜਿਸ ਦੇ ਵਿੱਚ ਬਹੁਤ ਹੀ ਵਡਮੁੱਲੀ ਜਾਣਕਾਰੀ ਪੇਸ਼ ਕਰ ਰਹੇ ਹਨ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ। ਇਹ ਲੜੀ ਚੱਲਦੀ ਰਹੀ, ਪਿਛਲੇ 3 ਹਫ਼ਤਿਆਂ ਤੋਂ ਬ੍ਰੇਕ ਹੋ ਗਈ ਸੀ ਪਰ ਮੁੜ ਤੋਂ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਹਾਜ਼ਰ ਹੋ ਰਹੇ ਹਨ ਜਿਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਦਾ ਇਤਿਹਾਸ ਕਵਰ ਕੀਤਾ ਜਾ ਚੁੱਕਾ ਹੈ। ਉਸ ਤੋਂ ਅੱਗੇ ਕੀ ਹੋਇਆ ਇਹ ਜਾਣਕਾਰੀ ਲੈ ਕੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਇੱਕ ਵਾਰੀ ਫਿਰ ਹਰਜਿੰਦਰ ਸਿੰਘ ਥਿੰਦ ਹੋਣਾ ਦੇ ਨਾਲ ਸ਼ਾਮਲ ਨੇ। ਸਿੱਖ ਇਤਿਹਾਸ ਦੇ ਪੰਨਿਆਂ ਚੋਂ ਮੇਰਾ ਖਿਆਲ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਸਾਹਿਬ ਹਿਸਟਰੀ ਪੜ੍ਹਾਉਂਦੇ ਰਹੇ ਬਹੁਤ ਵਰੇ ਅਤੇ ਪ੍ਰਿੰਸੀਪਲ ਸਾਹਿਬ ਨੇ ਹਿਸਟਰੀ ਪੜ੍ਹਾਉਣ ਦੇ ਨਾਲ ਨਾਲ ਇਸ ਦਾ ਅਧਿਐਨ ਜੋ ਕੀਤਾ ਉਹਦੇ ਵਿੱਚ ਉਹ ਹਮੇਸ਼ਾ ਦੱਸਦੇ ਨੇ ਕਿ ਇਹਦੇ 'ਚ ਮੇਰੀ ਕੋਈ ਓਪੀਨੀਅਨ ਨਹੀਂ, ਫੈਕਟਸ ਕੀ ਬੋਲਦੇ ਹਨ। ਓਪੀਨੀਅਨ ਤੁਸੀਂ ਆਪਣੇ ਆਪ ਬਣਾਉਣੀ, ਫੈਕਟਸ ਕੀ ਨੇ ਮੈਂ ਫੈਕਟਸ ਹੀ ਦੱਸਾਂਗਾ।
ਔਰ ਹੁਣ ਤੱਕ ਜਿਹੜੀ ਗੱਲਬਾਤ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਆਉਣਾ ਅਤੇ ਪੰਜਾਬ ਦੇ ਵਿੱਚ ਮਜ਼ਾਰਿਆਂ ਨੂੰ ਜਗੀਰਦਾਰਾਂ ਤੋਂ ਛੁਟਕਾਰਾ ਦਿਵਾਉਣਾ, ਜਿਹੜੀ ਜ਼ਮੀਨ ਉਹ ਵਾਹੁੰਦੇ ਸਨ ਜਿਹਦੇ ਮਾਲਕ ਨਹੀਂ ਸਨ, ਜਗੀਰਦਾਰਾਂ ਤੋਂ ਉਹਨਾਂ ਨੂੰ ਦਿਵਾਉਣੀ, ਅਤੇ ਉਸ ਤੋਂ ਬਾਅਦ ਇੱਕ ਹਥਿਆਰਬੰਦ ਇਨਕਲਾਬ ਦੇ ਰੂਪ ਦੇ ਵਿੱਚ ਉਹਨਾਂ ਦਾ ਦਾਤਰੀਆਂ, ਰੰਬੇ, ਟਕੂਏ, ਗੰਡਾਸੇ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਾਣਾ ਅਤੇ ਉਸ ਤੋਂ ਬਾਅਦ ਸਾਰੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲੈਣਾ। ਜਿਹੜੀ ਅੱਜ ਵੀ ਜ਼ਮੀਨ ਦੇ ਮਾਲਕ ਨੇ ਉਹੀ ਮਜ਼ਾਰੇ ਨੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਜ਼ਮਾਨੇ ਦੇ ਵਿੱਚ ਜ਼ਮੀਨ ਦੇ ਮਾਲਕ ਬਣੇ ਸਨ। ਇਹਦੇ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਕਾਰਜ ਲਈ। ਉਹ ਪਹਿਲਾਂ ਤੋਂ ਹੀ ਇਹ ਕੰਮ ਕਰ ਰਹੇ ਸਨ ਜਦ ਤੋਂ ਖਾਲਸੇ ਦੀ ਸਿਰਜਣਾ ਹੋਈ। ਫਿਰ ਸਾਹਿਬ ਦਾ ਕਹਿਣਾ ਕਿ ਉਹ ਇਕੱਠ ਜਿਹੜਾ 80,000 ਦਾ ਇਸੇ ਕਰਕੇ ਏਡਾ ਵੱਡਾ ਇਕੱਠ ਹੋਇਆ ਸੀ ਕਿ ਗੁਰੂ ਸਾਹਿਬ ਪਹਿਲਾਂ ਹੀ ਲੋਕਾਂ ਦੇ ਨਾਲ ਉਹ ਕੰਮ ਕਰ ਰਹੇ ਸਨ। ਸੋ ਹੁਣ ਅਗਲੇ ਹਿੱਸੇ ਦੇ ਵਿੱਚ ਇਸ ਤੋਂ ਪਹਿਲਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਵੇ, ਇਸ ਤੋਂ ਬਾਅਦ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ, ਉਸ ਦੇ ਦਰਮਿਆਨ 'ਚ ਕਿਸ ਤਰੀਕੇ ਨਾਲ ਪੰਜਾਬ 'ਚ ਸਰਬੱਤ ਖਾਲਸਾ ਹੋਇਆ ਔਰ ਜਾਂ ਹੋਰ ਡਿਵੈਲਪਮੈਂਟਸ ਹੁੰਦੀਆਂ ਨੇ ਜਿਸ ਦੇ ਲਈ ਭੋਏ ਵੱਤਰ ਕੀਤੀ ਜਾ ਰਹੀ ਹੈ ਤਾਂ ਕਿ ਇੱਕ ਖਾਲਸੇ ਦਾ ਰਾਜ ਪੈਦਾ ਕੀਤਾ ਜਾਏ। ਕੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਾਅਦ 'ਚ ਖਾਲਸੇ ਦਾ ਰਾਜ ਬਣਿਆ? ਇਹ ਆਪਾਂ ਇੱਕ ਹੋਰ ਕਿਸ਼ਤ ਦੇ ਵਿੱਚ ਗੱਲਬਾਤ ਕਰਾਂਗੇ, ਲੇਕਿਨ ਹੁਣ ਅੱਜ ਦੀ ਗੱਲਬਾਤ ਇਹ ਚੱਲੇਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੇ ਤਖਤ 'ਤੇ ਬੈਠਣ ਤੋਂ ਪਹਿਲਾਂ ਦਾ ਜਿਹੜਾ ਉਹ ਸਮਾਂ ਸੀ ਭੀੜ ਭੜੱਕੇ ਵਾਲਾ, ਜਿਸ ਦੇ ਵਿੱਚ ਬਹੁਤ ਸਾਰੀਆਂ ਸੰਕਟ ਭਰੀਆਂ ਜਿਹੜੀਆਂ ਮੁਸੀਬਤਾਂ ਸੀ ਉਸ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ, ਉਸ ਦੀ ਗੱਲਬਾਤ ਚੱਲੇਗੀ। ਉਸ ਤੋਂ ਪਹਿਲਾਂ ਕੋਈ ਹੋਰ ਗੱਲਬਾਤ ਵੀ ਮੇਰਾ ਖਿਆਲ ਹੈ ਥੋੜ੍ਹੀ ਬਹੁਤ ਪ੍ਰੋਫੈਸਰ ਸਾਹਿਬ ਦੱਸਣਗੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਸਿੰਘ ਸਾਹਿਬ। ਸਿੰਘ ਸਾਹਿਬ ਨੇ ਗੱਲ ਤਾਂ ਜਿਹੜੀ ਮੈਂ ਪਹਿਲਾਂ ਵੀ ਕਰਨ ਲੱਗਾ ਇਹਦੇ ਨਾਲ ਹੀ ਸੰਬੰਧਿਤ ਆ, ਕਿਉਂਕਿ ਆਪਾਂ ਜਿਹੜੀ ਗੱਲ ਚਲਾ ਰਹੇ ਹਾਂ ਉਹ ਹੈਗੀ ਆ 18ਵੀਂ ਸਦੀ ਦੇ ਜਿਹੜੇ ਪੰਜਾਬੀ ਇਨਕਲਾਬ ਦੀ ਗੱਲ ਆ ਇਹ। ਹੁਣ ਉਹਦੇ ਵਿੱਚ ਅੱਜ ਮੈਂ ਪਹਿਲਾਂ ਇਹ ਗੱਲ ਦੱਸਣੀ ਚਾਹੁੰਦਾ ਵੀ ਅੱਜ ਤੱਕ ਮੋਸਟ ਆਫ ਦੀ ਵਿਦਵਾਨਾਂ ਨੇ, ਇਤਿਹਾਸਕਾਰਾਂ ਨੇ, ਜਾਂ ਜਿਹੜੇ ਇਤਿਹਾਸ ਲਿਖਦੇ ਆ ਜਾਂ ਲਿਖਾਉਂਦੇ ਆ, ਉਹਨਾਂ ਦਾ ਕੋਈ ਮਕਸਦ ਆ, ਉਹ ਮਕਸਦ ਤੋਂ ਬਿਨਾਂ ਨਹੀਂ ਲਿਖਾਉਂਦੇ। ਮਕਸਦ ਕਿਸੇ ਦਾ ਮਕਸਦ ਤਾਂ ਹੈਗਾ ਆਪਣੇ ਰਿਲੀਜਨ ਨੂੰ ਪ੍ਰਮੋਟ ਕਰਨਾ, ਕਿਸੇ ਦਾ ਮਕਸਦ ਹੈਗਾ ਇਹ ਦੱਸਣਾ ਵੀ ਸਾਡਾ ਰਾਜ ਪ੍ਰਬੰਧ ਕਿੱਦਾਂ ਦਾ ਸੀ, ਕਿਸੇ ਦਾ ਮਕਸਦ ਉਹਦੇ ਵਿੱਚ ਇਹ ਸੀਗਾ ਜਾ ਕੇ ਦੇਸ਼ ਭਗਤੀ ਪੈਦਾ ਕਰਨੀ, ਕਿਸੇ ਨੇ ਦੇਸ਼ ਦੇ ਹੱਕ ਦੇ ਵਿੱਚ ਗੱਲ ਕਰਨੀ, ਕਿਸੇ ਨੇ ਗੁਆਂਢੀ ਮਤਲਬ। ਸੋ ਇਤਿਹਾਸਕਾਰ ਜਿਹੜੇ ਆ ਉਹ ਪਿੱਛੇ ਇੱਕ ਮਕਸਦ ਲੈ ਕੇ ਇਤਿਹਾਸ ਨੂੰ ਲਿਖਦੇ ਆ। ਸੋ ਉਹ ਜਿਹੜਾ ਹੈਗਾ ਜਦ ਮਕਸਦ ਆ ਕਿਸੇ ਦਾ, ਕਿਸੇ ਇਹ ਸਾਰੇ ਜਿਹੜੇ ਮਕਸਦ ਆ ਦੇ, ਕਿਸੇ ਦਾ ਕੋਈ ਫਾਈਨੈਂਸ਼ੀਅਲ ਮਕਸਦ ਹੁੰਦਾ, ਕਿਸੇ ਦਾ ਕਿਸੇ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਦਾ ਮਕਸਦ ਹੁੰਦਾ, ਕਿਸੇ ਨੇ ਆਪਣੇ ਬਜ਼ੁਰਗਾਂ ਵਡੇਰਿਆਂ ਦੀ ਗੱਲ ਦੱਸਣੀ ਹੁੰਦੀ, ਉਹਨਾਂ ਨੂੰ ਇੰਪੋਰਟੈਂਸ ਦੇਣੀ ਹੁੰਦੀ ਹੈ। ਸੋ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਵੀ ਮੈਂ ਜਿਹੜੀ ਆਪਾਂ ਇੱਥੇ ਗੱਲ ਕਰਾਂਗੇ ਸਹੀ ਜਾਂ ਗਲਤ ਹੋਰ ਚੀਜ਼ ਆ, ਪਰ ਇੱਕ ਚੀਜ਼ ਮੈਂ ਅਸ਼ੋਰ ਕਰਾਉਣਾ ਵੀ ਮੇਰਾ ਮਕਸਦ ਨਹੀਂ ਹੈ ਕੋਈ ਵੀ। ਜੇ ਤੁਸੀਂ ਕਹੋ ਨਾ ਵੀ ਮੈਂ ਕਿਸੇ ਮਕਸਦ ਨੂੰ, ਕਿਸੇ ਰਿਲੀਜਨ ਨੂੰ ਪ੍ਰਮੋਟ ਕਰਨਾ, ਜਾਂ ਮੈਂ ਕਿਸੇ ਦੇਸ਼ ਨੂੰ ਪ੍ਰਮੋਟ ਕਰਨਾ, ਜਾਂ ਮੈਂ ਕਿਸੇ ਆਰਗੇਨਾਈਜੇਸ਼ਨ ਨੂੰ ਪ੍ਰਮੋਟ ਕਰਨਾ, ਜਾਂ ਕੋਈ ਮੇਰਾ ਫਾਈਨੈਂਸ਼ੀਅਲ ਮਕਸਦ ਇਹਦੇ ਵਿੱਚ ਆ, ਜਾਂ ਮੈਂ ਕਿਸੇ ਸਭਾ ਸੁਸਾਇਟੀ ਦਾ ਮੈਂਬਰ ਬਣਨਾ ਹੈਗਾ, ਜਾਂ ਕੋਈ ਇਲੈਕਸ਼ਨ ਦੀ ਗੱਲ ਆ, ਨਥਿੰਗ ਹੈ, ਐਬਸੋਲੂਟਲੀ ਕੋਈ ਮਕਸਦ ਨਹੀਂ। ਰੋਲ ਹਿਸਟਰੀ ਦੀ ਗੱਲ ਕਰਾਂਗੇ ਆਪਾਂ, ਠੀਕ ਹੈ, ਬਿਲਕੁਲ ਇਤਿਹਾਸ ਦੀ ਗੱਲ ਕਰਾਂਗੇ। ਇਹਦੇ ਵਿੱਚ ਇੱਦਾਂ ਨਹੀਂ ਹੋਊਗਾ ਵੀ ਇਹਦੇ ਪਿੱਛੇ ਕੋਈ ਮਕਸਦ ਨੂੰ ਲੈ ਕੇ ਅਸੀਂ ਗੱਲ ਕਰਨੀ। ਨਹੀਂ ਮਕਸਦ ਤਾਂ ਕੋਈ ਮਕਸਦ ਕੋਈ ਨਹੀਂ ਹੈ, ਇਹਦੇ ਵਿੱਚ ਕੋਈ ਮਕਸਦ ਨਹੀਂ ਹੈ, ਕੋਈ ਨਾ ਕੋਈ ਬਣਨਾ ਤਾਂ ਨਾ ਬਣਾਉਣਾ, ਨਾ ਕੋਈ ਗੱਲ। ਮਕਸਦ ਤਾਂ ਇੱਕੋ ਹੀ ਹੈ ਵੀ ਲੋਕਾਂ ਨੂੰ ਫੈਕਟਸ ਪਤਾ ਲੱਗੇ, ਲੋਕਾਂ ਨੂੰ ਫੈਕਟਸ ਪਤਾ ਕਰੇ, ਔਰ ਜੇ ਓਪੀਨੀਅਨ ਵੀ ਆਪਾਂ ਕਿਤੇ ਦੇ ਨਾ ਉਹ ਫੈਕਟਸ ਦੇ ਆਧਾਰ ਤੇ ਓਪੀਨੀਅਨ ਦੇਵਾਂਗੇ ਜਾ ਕੇ। ਹੁਣ ਇਹਦੇ ਨਾਲ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਿੱਛੋਂ ਦੱਸਣਾ ਚਾਹੁੰਦਾ ਪੰਜਾਬ ਬਾਰੇ, ਕਿਉਂਕਿ ਆਰੀਅਨ ਲੋਕ ਜਦੋਂ ਆਏ ਆ ਉਹ ਪਹਿਲਾਂ ਪੰਜਾਬ 'ਚ ਬਸੇ ਆ। ਸਾਰੇ ਇਸ ਵੇਲੇ ਜਿਹੜੇ ਆਪਾਂ ਹੈਗੇ ਆ, ਚਾਹੇ ਇੱਧਰਲੇ ਪੰਜਾਬ ਦੇ ਲੋਕ ਆ, ਚਾਹੇ ਪਾਕਿਸਤਾਨ ਦੇ ਪੰਜਾਬ ਦੇ ਲੋਕ ਆ, ਇਹ ਸਾਰੇ ਆਰੀਅਨਸ ਆ। ਇਹ ਆਰੀਅਨ ਲੋਕ ਆਏ ਆ, ਆਰੀਅਨ ਲੋਕ ਇੱਥੇ ਵਸ ਗਏ। ਔਰ ਆਰੀਅਨ ਲੋਕ ਜਿਸ ਵੇਲੇ ਇੱਥੇ ਵਸੇ ਆ, ਆਰੀਅਨ ਲੋਕਾਂ ਦਾ ਕੋਈ ਮਜ਼ਹਬ ਨਹੀਂ ਸੀ ਹੈ, ਉਹਨਾਂ ਦਾ ਕੋਈ ਰਿਲੀਜਨ ਨਹੀਂ ਸੀ ਹੈ। ਕੋਈ ਦਰਖਤਾਂ ਨੂੰ ਪੂਜੀ ਜਾਂਦਾ ਸੀ, ਕੋਈ ਪਾਣੀ ਨੂੰ ਪੂਜੀ ਜਾਂਦਾ ਸੀ ਜੀ, ਕੋਈ ਬਦਰੂਹਾਂ ਨੂੰ ਪੂਜਦਾ ਸੀਗਾ, ਕੋਈ ਸੱਪ ਦੀ ਪੂਜਾ ਕਰਦਾ ਸੀ, ਕੋਈ ਫਿਕਸਡ ਰਿਲੀਜਨ ਉਹਨਾਂ ਦਾ ਕੋਈ ਨਹੀਂ ਸੀ ਆਰੀਅਨਸ ਦਾ। ਉਹ ਆ ਕੇ ਇੱਥੇ ਬਸ ਗਏ। ਜਿਸ ਵੇਲੇ ਆਰੀਅਨ ਇੱਥੇ ਬਸ ਗਏ ਤਾਂ ਫਿਰ ਉਹਨਾਂ ਦੇ ਜੇ ਸੈਂਕੜੇ ਸਾਲਾਂ ਦੇ ਜਾਂ ਮੈਂ ਹਜ਼ਾਰਾਂ ਸਾਲਾਂ ਦੇ ਵੀ ਮੈਂ ਕਹਿੰਦਾ ਇੱਥੇ ਰਹਿਣ ਦੇ ਵਿੱਚ ਫਿਰ ਰਿਲੀਜਨ ਡਿਵੈਲਪ ਹੋਏ ਆ। ਉਹਦੇ ਵਿੱਚੋਂ ਇੱਕ ਹਿੰਦੂਇਜ਼ਮ ਡਿਵੈਲਪ ਹੋ ਗਿਆ ਜੀ, ਵਿੱਚੋਂ ਬੁੱਧਿਜ਼ਮ ਡਿਵੈਲਪ ਹੋ ਗਿਆ, ਵਿੱਚ ਜੈਨਿਜ਼ਮ ਡਿਵੈਲਪ ਹੋ ਗਿਆ। ਉਹ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਦੇ ਫਿਰ ਇੱਦਾਂ ਰਿਲੀਜਨ ਜਿਹੜੇ ਆ ਬਣਨ ਲੱਗ ਪਏ। ਉਹ ਤੋਂ ਜਿਸ ਵੇਲੇ ਥੋੜ੍ਹਾ ਜਿਹਾ ਫਿਰ ਆਪਾਂ ਅੱਗੇ ਆਈਏ ਜਾ ਕੇ 8ਵੀਂ ਸਦੀ ਦੇ ਵਿੱਚ ਫਿਰ ਇਸਲਾਮ ਦਾ ਅਸਰ ਸ਼ੁਰੂ ਹੋਣ ਲੱਗ ਪਿਆ ਜੀ।
ਫਿਰ ਇਸਲਾਮ ਦੇ ਵਿੱਚ ਫਿਰ ਬਹੁਤ ਸਾਰੇ ਪੰਜਾਬੀ ਜਿਹੜੇ ਹੈਗੇ ਉਹ ਮੁਸਲਮਾਨ ਬਣ ਗਏ, ਮੁਸਲਮਾਨ ਬਣ ਗਏ, ਫਿਰ ਅੱਗੇ ਚੱਲੀ ਜਾਂਦਾ ਕੰਮ। ਉਹੀ ਆਰੀਅਨ ਲੋਕ, ਉਹੀ ਆਰੀਅਨ ਲੋਕ ਉਹੀ ਆਰੀਅਨ ਪੰਜਾਬੀ ਲੋਕ, ਉਹ ਫਿਰ ਮੁਸਲਮਾਨ ਬਣ ਗਏ। ਮੁਸਲਮਾਨਾਂ ਤੋਂ ਅੱਗੇ ਆ ਕੇ 15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਜੀ। ਫਿਰ ਸਿੱਖ ਮੂਵਮੈਂਟ ਸ਼ੁਰੂ ਹੋ ਗਈ। ਉਹ ਫਿਰ ਕਿੰਨੇ ਹੀ ਉਹਨਾਂ ਦੇ ਵਿੱਚੋਂ ਸਿੱਖ ਵੀ ਬਣ ਗਏ ਜੀ। ਪਰ ਉਹ ਰਹੇ ਪੰਜਾਬੀ ਸਾਰੇ, ਉਹ ਰਹੇ ਪੰਜਾਬੀ ਜਾ ਕੇ। ਪਰ ਉਹਨੇ ਜਿੱਦਾਂ ਹੁਣ ਫਰਜ਼ ਕਰ ਲਓ ਕਿਸੇ ਦਾ ਮੁੰਡਾ ਕ੍ਰਿਸਚਨ ਹੋ ਜਾਵੇ ਜਾਂ ਮੁਸਲਮਾਨ, ਉਹਨਾਂ ਪਿਆਰ ਥੋੜ੍ਹਾ ਘੱਟ ਜਾਂਦਾ ਜੀ। ਪਿਆਰ ਤਾਂ ਮੁੰਡੇ ਨਾਲ ਉੱਦਾਂ ਹੀ ਰਹਿੰਦਾ। ਇਸੇ ਤਰ੍ਹਾਂ ਰਿਲੀਜਨ ਉਹਨਾਂ ਦੇ ਬਦਲ ਗਏ ਪਰ ਰਹੇ ਪੰਜਾਬੀ ਉਹ ਸਾਰੇ। ਤਾਂ ਉਹ ਜਿਸ ਵੇਲੇ ਹੋ ਗਏ ਇਹ ਫਿਰ ਇਹ ਇਹਨਾਂ ਦਾ ਸਾਰਾ ਜਿਹੜਾ ਹੈਗਾ ਪੰਜਾਬੀਆਂ ਦਾ ਇੱਕ ਖਾਸਾ ਰਿਹਾ ਵੀ ਇਹਨਾਂ ਦੇ ਰਿਲੀਜਨ ਅਲੱਗ-ਅਲੱਗ ਹੋਏ ਆ ਪਰ ਉਹ ਰਹੇ ਸਾਰੇ ਪੰਜਾਬੀ। ਹੁਣ ਮੈਂ ਤੁਹਾਨੂੰ ਦੂਏ ਪਾਸੇ ਦੇਖਦਾ, ਇਹਨਾਂ ਦੇ ਵਿੱਚੋਂ ਇਹ ਪੰਜਾਬੀਆਂ ਨੇ ਫਿਰ ਸਾਰਿਆਂ ਨੇ ਸਾਂਝੀਆਂ ਕੁੱਟਾਂ ਖਾਧੀਆਂ। ਕਿੱਦਾਂ ਮੈਂ ਦੱਸਦਾ, ਅਲੈਗਜ਼ੈਂਡਰ ਜਿਸ ਵੇਲੇ ਆਇਆ ਉੱਥੋਂ 326 BC ਤੋਂ ਆਪਾਂ ਲੈ ਲੈਂਦੇ, ਉਹ ਅਲੈਗਜ਼ੈਂਡਰ ਨੇ ਵੀ ਹਮਲਾ ਪਹਿਲਾਂ ਇੱਥੇ ਕੀਤਾ। ਉਹ ਜਿਹੜੇ ਆਉਂਦੇ ਸੀ ਪਹਿਲਾਂ ਪੰਜਾਬੀਆਂ ਨੂੰ ਕੁੱਟਦੇ ਸੀ। ਗੇਟਵੇ ਇਹੀ ਸੀ। ਹਾਂ, ਗੇਟਵੇ ਇਹੀ ਸੀ। ਸਿਕੰਦਰ ਨੂੰ ਹੋਇਆ ਜੀ। ਅਲੈਗਜ਼ੈਂਡਰ ਤੋਂ ਬਾਅਦ ਫਿਰ ਤੁਸੀਂ ਦੇਖ ਲਓ ਪਹਿਲੀ ਸਦੀ ਸ਼ੱਕ ਆ ਗਏ, ਉਹਨੇ ਵੀ ਇੱਥੇ ਕੀਤਾ। ਅੱਛਾ, ਸ਼ੱਕ ਤੇ 5ਵੀਂ 6ਵੀਂ ਸਦੀ ਦੇ ਵਿੱਚ ਫਿਰ ਹੁਨ ਆਏ ਜੀ। ਇੱਥੇ ਹੁਨਾਂ ਨੇ ਹਮਲੇ ਕੀਤੇ ਪੰਜਾਬ ਤੇ। ਇਹ ਜਿਹੜੇ ਹੁਨ ਸੀ ਥਿੰਦ ਸਾਹਿਬ, ਇਹ ਬਹੁਤ ਜ਼ਾਲਮ ਸੀਗੇ, ਬਹੁਤ ਜ਼ਾਲਮ ਸੀ। ਇਹਨਾਂ ਦਾ ਇੱਕ ਬਾਦਸ਼ਾਹ, ਮੈਂ ਵਿੱਚ ਇਹ ਗੱਲ ਚੇਤੇ ਆ ਗਈ, ਇਹਨਾਂ ਦਾ ਇੱਕ ਬਾਦਸ਼ਾਹ ਮਿਹਰਗੁਲ ਸੀ ਜੀ। ਉਹਦਾ ਕੰਮ ਕੀ ਹੁੰਦਾ ਸੀ ਜੀ, ਉਹਨੇ ਹਾਥੀ ਨੂੰ ਪਹਾੜੀ ਤੇ ਚੜਾਈ ਜਾਣਾ ਪਹਾੜੀ ਦੇ ਸਿਖਰ ਤੇ ਹਾਥੀ ਲੈ ਜਾਣਾ ਜੀ। ਜਦ ਹੇਠਾਂ 400-500 ਡੂੰਘੀ ਖੱਡ ਹੁੰਦੀ ਸੀ, ਉਹਦੇ ਉੱਤੇ ਮੁਹਾਬਤ ਬਿਠਾ ਲੈਣਾ, ਉਹਨੂੰ ਫਿਰ ਧੱਕਾ ਦੇਣਾ ਜੀ। ਉਹਨੂੰ ਫਿਰ ਡੈਂਸ ਕਰਨਾ ਜੀ, ਉਹ ਮਿਹਰਗੁਲ ਦੇ ਦੇਖ ਕੇ ਉਹਨੂੰ ਇੰਜੋਏ ਕਰਨਾ। ਹੁਣ ਜਾ ਕੇ ਇਸ ਕਿਸਮ ਦੇ ਬੰਦੇ ਸੀ। ਉਹ ਵੀ ਪੰਜਾਬੀਆਂ ਦੇ ਨਾਲ ਉਹਨੇ ਬਹੁਤ ਵਾਧੀਆਂ ਕੀਤੀਆਂ। ਫਿਰ ਸਕੰਦ ਗੁਪਤਿਆਂ ਦੇ ਵਿੱਚ ਉਹਨੂੰ ਭਜਾਏ ਇੱਥੋਂ ਜਾ ਕੇ। ਫਿਰ ਹੋਰ ਅੱਗੇ ਆ ਗਿਆ ਜੀ, ਫਿਰ ਮੰਗੋਲ ਆ ਗਿਆ ਜੀ। ਮੰਗੋਲ ਜਿਹੜੇ ਆਏ ਆ ਇੱਥੇ, ਜਿਸ ਵੇਲੇ ਮੰਗੋਲ ਆਏ ਆ ਉਸ ਵੇਲੇ ਇਸਲਾਮ ਆ ਚੁੱਕਾ ਸੀ ਇੱਥੇ। ਉਸ ਵੇਲੇ ਕਾਫੀ ਬੰਦੇ ਜਿਹੜੇ ਹੈਗੇ ਆ ਮੁਸਲਮਾਨ ਬਣ ਚੁੱਕੇ ਸੀ। ਹੁਣ ਜਿਸ ਵੇਲੇ ਮੰਗੋਲ ਆਏ ਆ ਜੀ, ਮੰਗੋਲਾਂ ਨੇ ਆਏ ਤਾਂ 13ਵੀਂ ਸਦੀ ਵਿੱਚ, ਪਹਿਲਾਂ ਵੀ ਆਏ ਆ 41-45 ਚ ਆਉਂਦੇ। ਪਰ ਉਹਨੇ ਫਿਰ ਇੱਕ ਹਮਲਾ ਕੀਤਾ ਜੀ 1297 ਚ। 1297 ਜਦ ਉਹਨੇ ਕੀਤੀ, ਉਹਨੇ ਖੋਖਰਾਂ ਦੇ ਪਿੰਡਾਂ ਨੂੰ ਅੱਗ ਲਾਤੀ ਜਾ ਕੇ ਜੀ। ਇੱਥੇ ਵਿੱਚ ਉਹਨੇ ਕਸੂਰ ਸਾਰੇ ਨੂੰ ਅੱਗ ਲਾਤੀ ਜਾ ਕੇ। ਔਰ ਇੰਨਾ ਉਹਨੇ ਵੱਡ ਵਡਾਂਗਾ ਕੀਤਾ ਜਾ ਕੇ ਜੀ ਮੰਗੋਲਾਂ ਨੇ। ਉਹ ਬਹੁਤ ਪੰਜਾਬੀ ਵੱਧੇ, ਬਹੁਤ ਕੁੱਟੇ। ਉਹਨੇ ਇੱਦਾਂ ਨਹੀਂ ਰੱਖਿਆ ਪਿਆ ਮੁਸਲਮਾਨ ਪੰਜਾਬੀ ਮਾਰਨੇ ਜਾਂ ਬੋਧੀ ਮਾਰਨੇ ਜਾਂ ਹਿੰਦੂ ਮਾਰਨੇ। ਜਿਹੜੇ ਆਏ ਉਹਨਾਂ ਦਾ ਜੀ ਉਹ ਕਤਲਾਮ ਕੀਤਾ। ਉਸ ਵੇਲੇ ਫਿਰ ਦਿੱਲੀ ਦਾ ਬਾਦਸ਼ਾਹ ਬਹੁਤ ਤਕੜਾ ਸੀਗਾ, ਅਲਾਉਦੀਨ ਖਿਲਜੀ। ਉਹ ਅਲਾਉਦੀਨ ਖਿਲਜੀ ਨੂੰ ਫਿਰ ਅਲਾਉਦੀਨ ਖਿਲਜੀ ਨੇ ਫਿਰ ਫੌਜ ਭੇਜੀ ਆਪਣੇ ਭਰਾ ਦੇ ਹੇਠ, ਬਹੁਤ ਤਕੜੀ ਫੌਜ, ਵੀ ਇਹਨਾਂ ਨੂੰ ਕਾਬੂ ਕੀਤਾ ਜਾਵੇ ਜਾ ਕੇ। ਮੰਗੋਲਾਂ ਨੇ ਤਾਂ ਬਹੁਤ ਉਹ ਫਿਰ ਆ ਕੇ ਜੀ ਉਸ ਫੌਜ ਨੇ ਆ ਕੇ ਫਿਰ ਮੰਗੋਲ ਹਰਾਏ ਜੀ। ਮੰਗੋਲ ਹਰਾ ਕੇ ਤਾਂ ਮੰਗੋਲਾਂ ਨੂੰ 20,000 ਮੰਗੋਲ ਨੂੰ ਫੜ ਕੇ ਉਹ ਦਿੱਲੀ ਲੈ ਗਏ ਜੀ। ਔਰ ਸਮਾਂ ਦੇਖੋ ਕਿੱਦਾਂ ਦਾ ਸੀ। 20,000 ਮੰਗੋਲ ਨੂੰ ਹਾਥੀਆਂ ਦੇ ਪੈਰਾਂ ਹੇਠ ਸਿੱਟ ਕੇ ਫਿਰ ਉਹਨੂੰ ਮਾਰੇ, ਕਤਲ ਕੀਤੇ ਹੋ ਜਾ ਕੇ। ਇਹ ਜਿਹੜੇ ਹੈਗੇ ਇਹ ਅਸੀਂ ਕਹਿੰਦੇ ਇਹ ਆ ਗਏ। ਉਹ ਤੋਂ ਅੱਗੇ ਤਿਮਰਲੰਗ ਆ ਗਿਆ ਜੀ। ਮੈਂ ਤਾਂ ਇਹ ਦੱਸਣ ਦੀ ਕੋਸ਼ਿਸ਼ ਕਰਦਾ ਵੀ ਪੰਜਾਬੀਆਂ ਨੇ ਕਿੱਦਾਂ ਸਾਂਝੀਆਂ ਕੁੱਟਾਂ ਖਾਧੀਆਂ ਜਾ ਕੇ ਸਾਰਿਆਂ ਨੇ। ਤਿਮਰਲੰਗ ਨੇ 100 ਸਾਲ ਬਾਅਦ ਫਿਰ ਹਮਲਾ ਕੀਤਾ ਜੀ। ਤਿਮਰਲੰਗ ਨੇ ਫਿਰ ਆ ਕੇ ਉਹ ਇੱਧਰ ਸਿੰਧ ਵੱਲ ਤੋਂ ਐਂਟਰ ਹੋਇਆ। ਇੱਕ ਸ਼ਹਿਰ ਹੈ ਪਾਕਿਸਤਾਨ ਦੇ ਵਿੱਚ ਤਲੰਬਾ ਜੀ। ਉਹਨ ਤਲੰਬੇ ਦਾ ਸਾਰਾ ਹੀ ਕਤਲੇਆਮ ਕਰ ਦਿੱਤਾ ਜੀ। ਤਲੰਬਾ ਸ਼ਹਿਰ ਸਿੱਖ ਹਿਸਟਰੀ 'ਚ ਵੀ ਆਉਂਦਾ, ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਬਦਲਿਆ ਸੀ ਨਾ, ਉਹ ਤਲੰਬੇ ਦਾ ਸੀ। ਤਾਂ ਉਹਦਾ ਮੈਂ ਰੈਫਰੈਂਸ ਦੱਸ ਦਵਾਂ। ਉਹ ਮਸੈਕਰ ਕਰਤਾ ਜੀ, ਸਾਰੇ ਮਾਰ ਦਿੱਤੇ। ਉਹ ਵੀ ਸਾਰੇ ਪੰਜਾਬੀ ਮਰੇ ਜਾ ਕੇ ਜੀ। ਪੰਜਾਬੀਆਂ ਦਾ ਕਤਲੇਆਮ ਹੋ ਗਿਆ, ਇਰਰਿਸਪੈਕਟਿਵ ਉਹਨਾਂ ਦਾ ਰਿਲੀਜਨ ਕੀ, ਕੋਈ ਉਸ ਵੇਲੇ ਪਰਵਾਹ ਨਹੀਂ ਸੀ ਕਰਦਾ ਪਏ ਇਹਨਾਂ ਦਾ ਰਿਲੀਜਨ ਕੀ ਹੈ। ਇਹ ਮਾਰਨੇ ਆ ਜਿਹੜੇ ਲੋਕ ਹੈ ਜੀ। ਫਿਰ ਉਹ ਤੋਂ ਬਾਅਦ ਦੇ ਆਪਾਂ ਦੇਖ ਚੁੱਕੇ ਹਾਂ ਜਿੱਥੇ ਅੱਛਾ ਬਾਬਰ ਆਇਆ। ਬਾਬਰ ਦੀ ਗੱਲ ਦੇਖ ਲਓ ਤੁਸੀਂ। ਹੁਣ ਬਾਬਰ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੀ ਬਾਣੀ ਆ, ਉਹ ਵੈਰੀ ਕਲੀਅਰ ਉਹਦੇ ਵਿੱਚ ਲਿਖਦੇ ਆ ਜਾ ਕੇ ਵੀ ਉਹਨੂੰ ਕਾਜ਼ੀਆਂ ਬਾਹਮਣਾ ਸਾਰਿਆਂ ਨੂੰ ਹੀ ਕੁੱਟ ਕਟਾਪਾ ਕੀਤਾ ਉਹ ਬਾਬਰ ਨੇ। ਇੱਦਾਂ ਨਹੀਂ ਹੈ ਜਾ ਕੇ ਵੀ ਉਹਨੂੰ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ ਜਾ ਕੇ ਉਹ ਜਿਹੜੀਆਂ ਵਹੁਟੀਆਂ ਵੀ ਸੀਗੀਆਂ ਸਾਰਿਆਂ ਤੇ ਉਹਨੂੰ ਖਰਾਬ ਕੀਤਾ ਬਾਬਰ ਨੇ ਜਾ ਕੇ। ਬਾਬਰ ਤੋਂ ਬਾਅਦ ਹੁਣ ਆਪਾਂ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਨੂੰ ਦੇਖਦੇ ਜਾ। ਸੋ ਇਹ ਸਾਰਾ ਕੁਝ ਦੱਸਣ ਦੇ ਬਾਵਜੂਦ, ਇਹ ਦੱਸਣ ਦਾ ਮੇਰਾ ਮਕਸਦ ਇਹ ਆ ਵੀ ਪੰਜਾਬੀਆਂ ਨੇ ਸਾਂਝੀਆਂ ਕੁੱਟਾਂ ਖਾਧੀਆਂ ਜਾ ਕੇ ਸਾਰੇ। ਔਰ ਸਾਂਝੀਆਂ ਕੁੱਟਾਂ ਖਾਧੀਆਂ ਦਾ ਰਿਜ਼ਲਟ ਕੀ ਹੋਇਆ ਵੀ ਉਹਨਾਂ 'ਚ ਏਕਤਾ ਬਹੁਤ ਹੋ ਗਈ ਜੀ। ਅੱਛਾ, ਪੰਜਾਬੀਆਂ 'ਚ ਏਕਤਾ ਬਹੁਤ ਹੋ ਗਈ। ਇੱਦਾਂ ਫੀਲਿੰਗ ਹੋਣ ਲੱਗ ਪਈ ਵੀ ਅਸੀਂ ਪੰਜਾਬੀ ਆ, ਇਹ ਬਾਹਰਲੇ ਆ ਕੇ ਸਾਨੂੰ ਕੁੱਟਦੇ ਆ, ਆਊਟਸਾਈਡਰ। ਇਹ ਆਊਟਸਾਈਡਰ ਆ। ਇਸ ਵੇਲੇ ਉੱਥੇ ਜਿਹੜਾ ਹੈਗਾ
ਇਹ ਰਿਲੀਜਨ ਦਾ ਰੌਲਾ ਨਹੀਂ ਹੈ ਉਸ ਵੇਲੇ, ਜਿਹੜਾ ਇਹ ਰੌਲਾ ਨਹੀਂ ਹੈ ਜਾ ਕੇ ਵੀ ਇਹ ਹਿੰਦੂ ਆ ਜਾਂ ਮੁਸਲਮਾਨ ਆ, ਇੱਦਾਂ ਨਹੀਂ ਹੈ। ਇਹ ਬਾਹਰਲੇ ਆ, ਅਸੀਂ ਪੰਜਾਬੀ ਆ, ਸਾਨੂੰ ਜਿਹੜੀ ਹੈਗੀ ਆ ਉਹ ਕੁੱਟ ਪੈਂਦੀ ਹੈ ਉਹਦੇ ਨਾਲ। ਸੋ ਇਹ ਜਿਹੜੇ ਹੈਗੇ ਆ ਇੱਥੋਂ ਆ ਕੇ, ਇੱਕ ਤਾਂ ਇਹ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਪੰਜਾਬੀਆਂ ਦੀ ਏਕਤਾ ਬਾਹਰਲੇ ਹਮਲਾਵਰਾਂ ਨੇ ਬਹੁਤ ਤਕੜੀ ਕੀਤੀ ਹੈ। ਉਹਨੇ ਫਿਰ ਐਜ਼ ਏ ਪੰਜਾਬੀ ਰਿਐਕਟ ਕੀਤਾ, ਉਹਨੇ ਐਜ਼ ਏ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਦਾ ਰਿਐਕਟ ਨਹੀਂ ਕੀਤਾ। ਹੁਣ ਇਹਦੇ ਲਈ ਇੱਕ ਦੱਸਣਾ ਹੋਰ ਵੀ ਜ਼ਰੂਰੀ ਆ ਵੀ ਜਿਹੜਾ ਸਿੱਖ ਮੂਵਮੈਂਟ ਆ, ਜਾਂ ਜਿਹਨੂੰ ਪੰਜਾਬੀ ਮੂਵਮੈਂਟ ਕਹਿ ਲਓ ਜਾਂ ਸਿੱਖ ਮੂਵਮੈਂਟ ਕਹਿ ਲਓ, ਇਹਦੀ ਨੇਚਰ ਕੀ ਸੀਗੀ ਤੇ ਕਿੱਦਾਂ ਦੀ ਮੂਵਮੈਂਟ ਸੀਗੀ ਜਾ ਕੇ, ਇਹਦੇ ਤੇ ਰੌਲਾ ਬਹੁਤ ਹੈ। ਇਹ ਰੌਲਾ ਮੈਂ ਤਾਂ ਕੱਢਣਾ ਚਾਹੁੰਦਾ ਜੀ, ਇਹ ਸਾਰੀ ਨੂੰ ਹੀ ਜਿਹੜਾ ਹੈਗਾ ਇੱਕ ਸਿੱਖ ਮੂਵਮੈਂਟ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਰਿਹਾ, ਇਹਨੂੰ ਇੱਕ ਰਿਲੀਜੀਅਸ ਮੂਵਮੈਂਟ ਦੇ ਤੌਰ ਤੇ ਪੇਸ਼ ਕੀਤਾ, ਤਾਂ ਲੋੜ ਪਈ ਆ ਸਭ ਕੁਝ ਕਰਨ ਦੀ, ਕਿਉਂਕਿ ਦੱਸਦੇ ਹੀ ਨਹੀਂ ਹੈ ਜਾ ਕੇ ਵੀ ਜਿਹੜੀ ਆ ਇਹ ਮੂਵਮੈਂਟ ਦੀ ਨੇਚਰ ਹੋਰ ਸੀਗੀ ਜਾ ਕੇ। ਹੁਣ ਇਹ ਇੱਦਾਂ ਹੀ ਆ ਸਾਰਿਆਂ ਦੇ ਵਿੱਚ ਜਾ ਕੇ ਵੀ ਇਹ ਜਿਹੜੀ ਹੈ ਜੀ ਇਹ ਤਾਂ ਇੱਕ ਧਾਰਮਿਕ ਮੂਵਮੈਂਟ ਸੀ, ਜਿਹੜੀ 18ਵੀਂ ਸਦੀ ਦੀ ਧਾਰਮਿਕ ਮੂਵਮੈਂਟ ਸੀ, ਔਰ ਸਿੱਖ ਮਿਸਲਾਂ ਨੇ ਕਬਜ਼ਾ ਕਰ ਲਿਆ ਸਾਰੇ ਪੰਜਾਬ ਦੇ ਉੱਤੇ ਜਾ ਕੇ। ਇੱਥੇ ਤੱਕ ਮੈਂ ਤੁਹਾਨੂੰ ਇਹ ਗੱਲ ਦੱਸਦਾ ਸਿੰਘ ਸਾਹਿਬ, ਇੱਕ ਦਿਨ ਆ ਥੋੜ੍ਹੇ ਦਿਨਾਂ ਦੇ ਬੈਠੇ ਆ ਘਰ 'ਚ ਬੈਠੇ, ਮੈਂ ਮੇਰੀ ਘਰ ਵਾਲੀ ਅਸੀਂ ਗੱਲ ਕਰਨ ਲੱਗ ਪਏ ਜੀ ਵੀ ਗੁਰੂ ਸਾਹਿਬਾਨ ਦੀ ਉਮਰਾਂ ਕਿੰਨੀਆਂ ਸੀ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਵੀ ਪਹਿਲਿਆਂ ਦੀ 70 ਸਾਲ ਸੀ, ਦੂਜਿਆਂ ਦੀ 48 ਸਾਲ ਸੀ, ਤੀਜਿਆਂ ਦੀ 95 ਸੀਗੀ, ਚੌਥਿਆਂ ਦੀ 47 ਸੀ, ਪੰਜਵਿਆਂ ਦੀ 43 ਸੀ, ਛੇਵਿਆਂ ਦੀ 49 ਸੀ, ਸੱਤਵਿਆਂ ਦੀ 31 ਸੀ, ਅੱਠਵਿਆਂ ਦੀ 8 ਸੀ, ਨੌਵਿਆਂ ਦੀ 54 ਸੀ, 10ਵਿਆਂ ਦੀ 42 ਸੀ। ਸਾਨੂੰ ਚੇਤੇ ਆ ਸਾਰਿਆਂ ਦੀ ਉਮਰ। ਮੈਂ ਕਿਹਾ ਜੀ ਐਵਰੇਜ ਕੱਢੋ ਤਾਂ ਸਾਰੇ ਗੁਰੂ ਸਾਹਿਬਾਨ ਦੀ ਜਿਹੜੀ ਆ ਉਮਰ ਉਹ 50 ਤੋਂ ਹੇਠਾਂ ਹੁੰਦੀ ਹੈ, ਇੰਨੀ ਛੋਟੀ ਉਮਰ ਸੀ। ਅੱਛਾ, ਮੇਰੇ ਵਾਈਫ ਗੱਲ ਸੁਣ ਕੇ ਮੈਨੂੰ ਕਹਿੰਦੇ ਆ ਕਿ ਤਿੰਨਾਂ ਨੂੰ ਤਾਂ ਫਿਰ ਮੁਸਲਮਾਨਾਂ ਨੇ ਸ਼ਹੀਦ ਕਰ ਦਿੱਤਾ ਸੀ। ਉਹ ਕਹਿੰਦੇ ਵੀ ਗੁਰੂ 5ਵੇਂ ਗੁਰੂ ਸਾਹਿਬ ਨੂੰ ਤਾਂ 9ਵੇਂ, ਉਹਨਾਂ ਨੂੰ ਤਾਂ ਮੁਸਲਮਾਨਾਂ ਨੇ ਸ਼ਹੀਦ ਕੀਤਾ। ਇੱਥੇ ਤੱਕ ਭੁਲੇਖੇ ਪਏ ਹੋਇਆ। ਦੇਖੋ, ਉਹ ਮੇਰੀ ਜਿਹੜੀ ਮਿਸਜ ਹੈ, ਮੈਂ ਤੁਹਾਨੂੰ ਦੱਸਾਂ, ਉਹਨੇ ਮੇਰੇ ਨਾਲੋਂ ਜ਼ਿਆਦਾ ਸਾਲ ਐਮਏ ਨੂੰ ਪੜ੍ਹਾਇਆ, ਔਰ ਉਹਦੇ ਨੰਬਰ ਵੀ ਮੇਰੇ ਨਾਲੋਂ ਜ਼ਿਆਦਾ ਸੀਗੇ। ਔਰ ਉਹਦੀ ਜਿਹੜੀ ਸਿੱਖ ਹਿਸਟਰੀ ਦੀ ਨੌਲੇਜ ਵੀ ਆ ਉਹ ਗੁਰਦੁਆਰਿਆਂ 'ਚੋਂ ਨਹੀਂ ਹੈ, ਕਿਤਾਬਾਂ 'ਚੋਂ ਆ। ਪਰ ਉਹ ਕਹਿੰਦੀ ਉਹਨਾਂ ਨੂੰ ਤਾਂ ਮੁਸਲਮਾਨਾਂ ਨੇ ਮਾਰਤਾ ਸੀ। ਉਹ ਮੈਂ ਕਿਹਾ ਮੁਸਲਮਾਨਾਂ ਨੂੰ ਨਹੀਂ ਮਾਰਿਆ ਸੀ, ਮੁਸਲਮਾਨਾਂ ਨੇ ਨਹੀਂ ਮਾਰਿਆ, ਸਮੇਂ ਦੇ ਹਾਕਮਾਂ ਨੇ ਮਾਰਿਆ ਸੀ ਉਹਨਾਂ ਨੂੰ, ਜਿਹੜੇ ਰਾਜ ਕਰਦੇ ਸੀ ਉਹਨੇ ਮਾਰਿਆ ਸੀ, ਮੁਸਲਮਾਨਾਂ ਦਾ ਕੋਈ ਰੌਲਾ ਨਹੀਂ ਸੀ। ਮੁਸਲਮਾਨ ਤਾਂ ਮੈਂ ਕਿਹਾ ਸਾਰਿਆਂ ਦੇ ਉਹਨਾਂ ਦੇ ਸਹਿਯੋਗੀ ਸੀਗੇ, ਉਹ ਤਾਂ ਬਚਾਉਂਦੇ ਰਹੇ ਪੀਰ ਬੁੱਧੂ ਸ਼ਵਾਰ ਗਏ, ਨਵੀਂ ਖਾਂ ਗਨੀ ਖਾਂ ਜਾ ਕੇ। ਜਾਣੀ ਇੱਥੇ ਤੱਕ ਅਸਰ ਪਿਆ ਵੀ ਜਿਹੜੇ ਜਿਨ੍ਹਾਂ ਬੰਦਿਆਂ ਨੇ ਕਿਤਾਬਾਂ ਦੇ ਵਿੱਚੋਂ ਨੌਲੇਜ ਲਈ ਆ ਸਿੱਖ ਹਿਸਟਰੀ ਦੀ, ਉਹਨਾਂ ਤੇ ਵੀ ਇਹ ਇੰਪਰੈਸ਼ਨ ਪਿਆ ਆ ਵੀ ਇਹ ਜਿਹੜੀ ਸਿੱਖ ਮੂਵਮੈਂਟ ਆ ਇਹ ਤਾਂ ਸਿੱਖਾਂ ਦੀ ਮੂਵਮੈਂਟ ਸੀ। ਉਸ ਵੇਲੇ ਇੱਕ ਪੰਜਾਬੀ ਇਨਕਲਾਬੀ ਮੂਵਮੈਂਟ ਚੱਲ ਰਹੀ ਸੀ, ਜਿਹੜੀ ਜ਼ੁਲਮ ਦੇ ਖਿਲਾਫ ਉਸ ਵੇਲੇ ਨਿੱਤਰ ਕੇ ਆਏ ਜਿਹੜੇ ਉਹ ਜਾ ਕੇ। ਤੇ ਜਿਹੜੇ ਬਾਦਸ਼ਾਹ ਸੀ ਉਹ ਉਹਨਾਂ ਲੋਕਾਂ ਦੇ ਖਿਲਾਫ ਸੀ ਜਿਹੜੇ ਇਨਕਲਾਬ ਦੇ ਕਰਦੇ, ਚਾਹੇ ਉਹ ਮੁਸਲਮਾਨ ਸੀਗੇ, ਚਾਹੇ ਉਹ ਹਿੰਦੂ ਸੀ, ਚਾਹੇ ਉਹ ਸਿੱਖ ਸੀਗੇ, ਉਦੋਂ ਸਾਰਿਆਂ ਨੂੰ ਮਾਰਦੇ ਸੀ। ਸਿੰਘ ਸਾਹਿਬ, ਮੈਂ ਫਿਰ ਇਹ ਗੱਲ ਦੁਹਰਾਉਣਾ, ਔਰੰਗਜ਼ੇਬ ਦੇ ਟਾਈਮ ਦੇ ਵਿੱਚ ਕਈ ਗੁਣਾ ਜ਼ਿਆਦਾ ਮੁਸਲਮਾਨ ਮਾਰੇ ਗਏ ਆ ਸਿੱਖਾਂ ਨਾਲੋਂ, ਕਈ ਗੁਣਾ ਜ਼ਿਆਦਾ। ਆਪਾਂ ਪਹਿਲਾਂ ਵੀ ਗੱਲ ਕਰ ਉਹਨੇ ਆਪਣੇ ਪਰਿਵਾਰ ਦੇ ਮੈਂਬਰ ਵੀ ਮਾਰੇ, ਸਾਰੇ ਮਾਰੇ। ਹਾਕਮ ਨੇ ਤਾਂ ਮਾਰਨਾ ਜੀ ਜਿਹੜਾ ਉਹਦਾ ਕਰਦਾ। ਸੋ ਇਹਨੂੰ ਇਹ ਰੰਗਤ ਨਾ ਦੇਈਏ ਜਾ ਕੇ ਵੀ ਇਹ ਜਿਹੜੀ ਮੂਵਮੈਂਟ ਸੀ ਇੱਕ ਸਮਾਜਿਕ ਮੂਵਮੈਂਟ। ਸਮਾਜਿਕ ਮੂਵਮੈਂਟ ਦਾ ਕਿੱਦਾਂ ਜੀ, ਬਹੁਤ ਵੱਡੀ ਜ਼ਾਤ ਪਾਤ ਦੇ ਖਿਲਾਫ ਇੱਕ ਇਹ ਮੂਵਮੈਂਟ ਸੀ, ਜਿਹਦੇ ਵਿੱਚ ਉਹਨੇ ਸਾਰਿਆਂ ਨੇ ਕੀਤਾ, ਔਰ ਗੱਲੀ ਬਾਤੀ ਨਹੀਂ ਕੀਤਾ, ਲੰਗਰ ਚਲਾ ਕੇ ਕੀਤਾ ਵੀ ਇੱਥੇ ਬੈਠ ਕੇ ਖਾਓ, ਸਾਰੇ ਇਕੱਠੇ ਬੈਠ ਕੇ ਖਾਓ। ਜਿਹੜੀ ਸਮਾਜਿਕ ਬਰਾਬਰੀ ਦੀ ਮੂਵਮੈਂਟ ਇਹ ਜਿਹੜੀ ਸੀ ਉਸ ਵੇਲੇ ਚੱਲੀ ਸੀ। ਔਰ ਨਾਲੇ ਦੀ ਕੀ ਸੀ, ਇਹ ਜ਼ਮੀਨੀ ਸੁਧਾਰਾਂ ਦੀ ਮੂਵਮੈਂਟ ਸੀ, ਜ਼ਮੀਨਾਂ ਦੇ ਸੁਧਾਰਾਂ ਦੀ ਮੂਵਮੈਂਟ ਸੀਗੀ ਜਿਹੜੀ ਕਿ ਉਸ ਵੇਲੇ ਚੱਲੀ, ਔਰ ਉਹਨਾਂ ਨੂੰ ਹੱਕ ਦਵਾਏ ਗਏ। ਹੁਣ ਮੈਂ ਇੱਕ ਤੁਹਾਨੂੰ ਦੱਸਾਂ, ਇਹ ਜਿਹੜਾ ਮਿਸਲਾਂ ਦਾ ਪੀਰੀਅਡ ਆ, ਇਹ ਸਾਰਾ ਹੀ ਵਾਰਿਸ ਸ਼ਾਹ ਦਾ ਪੀਰੀਅਡ ਆ। ਵਾਰਿਸ ਸ਼ਾਹ ਦਾ ਜਨਮ ਹੋਇਆ 1722 ਦੇ ਵਿੱਚ, ਹੈ ਜੀ। ਉਹਦਾ ਸਟ੍ਰੇਂਜਲੀ ਇਨਫ ਅਹਿਮਦ ਸ਼ਾਹ ਅਬਦਾਲੀ ਦਾ ਵੀ ਬਾਈ ਜੀ। ਇਹ ਹੁਣ ਦੇਖੋ, ਇਹ ਆਪਾਂ ਜਿਹੜਾ ਪੀਰੀਅਡ ਕਵਰ ਕਰ ਰਹੇ ਹਾਂ, ਇਹ ਕਰ ਰਹੇ ਹਾਂ ਬੰਦੇ ਬਹਾਦਰ ਤੋਂ ਲੈ ਕੇ ਸਮਝੋ ਆਪਣੇ 1770 ਤੱਕ, ਜਿਸ ਵੇਲੇ ਮਿਸਲਾਂ ਦਾ ਪੂਰਾ ਕਬਜ਼ਾ ਹੋ ਜਾਂਦਾ। ਹੁਣ ਵਾਰਿਸ ਸ਼ਾਹ ਦਾ ਜਨਮ ਹੋਇਆ ਬੰਦਾ ਬਹਾਦਰ ਦੀ ਸ਼ਹਾਦਤ ਤੋਂ 6 ਸਾਲ ਬਾਅਦ। ਹੁਣ ਵਾਰਿਸ ਸ਼ਾਹ ਦੇ ਟਾਈਮ ਦੇ ਵਿੱਚ ਇਹ ਸਭ ਕੁਝ ਹੋਇਆ, ਮਿਸਲਾਂ ਦਾ ਜੋ ਹੋਇਆ ਸਾਰਾ ਵਾਰਿਸ ਸ਼ਾਹ ਦੇ ਟਾਈਮ ਦੇ ਵਿੱਚ ਹੋਇਆ। ਹੁਣ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ, ਮੈਂ ਤਾਂ ਲਿਟਰਰੀ ਨਹੀਂ ਹੈ, ਪਰ ਜਿੱਥੇ ਤੱਕ ਮੈਨੂੰ ਪਤਾ ਸਿਰਫ ਇੱਕ ਸ਼ੇਰ ਹੈਗਾ ਜੀ, ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਘਰ ਘਰ ਬੜੀ ਸਰਕਾਰ ਮੀਆਂ। ਇਹ ਹੈ ਉਹਦੇ ਚ, ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਘਰ ਘਰ ਬਣੀ ਸਰਕਾਰ ਮੀਆਂ। ਹੁਣ ਉਹ ਕੀ ਕਹਿੰਦੇ, ਜਦੋਂ ਦੇਸ਼ ਦੇ ਜੱਟ, ਇਹ ਉਹਦਾ ਮਤਲਬ ਇਹ ਕਰਦੇ ਆ ਵੀ ਜੱਟਾਂ ਤੋਂ ਮਤਲਬ ਉਸ ਵੇਲੇ ਸਿੱਖ ਜੱਟ, ਇਹ ਕੱਢਦੇ ਉਹਦਾ ਮਤਲਬ। ਮਜ਼ਾਰੇ ਮੇਰਾ ਮੈਂ ਤਾਂ ਕੱਢਦੇ ਇਹ ਆ, ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਸਰਦਾਰ ਦਾ ਮਤਲਬ ਜਦ ਅਸੀਂ ਸਿੰਘ ਸੱਜ ਗਏ ਜਾ ਕੇ ਇੱਦਾਂ। ਹੁਣ ਇਹ ਮਤਲਬ ਨਹੀਂ ਹੈ ਇਹਦਾ ਜੀ। ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਜੱਟ ਉਸ ਵੇਲੇ ਕੌਣ ਸੀਗੇ ਜੀ? ਸਿੱਖ ਜੱਟ ਤਾਂ ਮੇਰਾ 4% ਵੀ ਨਾ ਸੀ ਉਸ ਵੇਲੇ ਜਾ ਕੇ। ਸਾਰੇ ਜੱਟ ਜਿਹੜੇ ਸੀ ਉਸ ਵੇਲੇ ਮੁਸਲਮਾਨ ਜੱਟ ਸੀਗੇ, ਜਿੰਨੇ ਵੀ ਜੱਟ।
ਹੁਣ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ, ਈਵਨ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਜਿੰਨੀਆਂ ਕੁ ਫਿਗਰਾਂ ਸਾਡੇ ਕੋਲ ਆਉਣੀਆਂ ਉਹਦੇ ਮੁਤਾਬਕ ਇਹ ਸੀ ਵੀ ਮੁਸਲਮਾਨ 70% ਸੀਗੇ, ਹਿੰਦੂ ਜਿਹੜੇ ਸੀਗੇ 24% ਸੀਗੇ, ਸਿੱਖਾਂ ਦੀ ਗਿਣਤੀ 6-7% ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ। ਜਿਹੜਾ ਅਥੈਂਟਿਕ ਸਾਡੇ ਕੋਲ ਸੈਂਸਸ ਆਉਂਦਾ 1881 ਦਾ ਅੰਗਰੇਜ਼ਾਂ ਦਾ, ਉਹਦੇ ਵਿੱਚ ਕੀ ਹੁੰਦੇ ਆ 47% ਮੁਸਲਮਾਨ, 43% ਹਿੰਦੂ ਤੇ 8% ਸਿੱਖ ਆਉਂਦੇ। ਉਹਦੇ ਵਿੱਚ ਵੀ ਜਦੋਂ ਫਿਰ ਪੰਜਾਬ ਦਿੱਲੀ ਤੱਕ ਚਲੇ ਗਿਆ ਉਸ ਵੇਲੇ ਵੀ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੋ ਗਈ ਉਹਦੇ ਵਿੱਚ। ਸੋ ਜਦੋਂ ਜੱਟ ਸਰਦਾਰ ਹੋਏ, ਜੱਟਾਂ ਤੋਂ ਮਤਲਬ ਮੈਜੋਰਿਟੀ, ਬਹੁਤ ਵੱਡੀ ਮੈਜੋਰਿਟੀ ਉਸ ਵੇਲੇ ਮੁਸਲਮਾਨ ਜੱਟਾਂ ਦੀ ਸੀਗੀ ਜਾਂ ਹਿੰਦੂ ਜੱਟਾਂ ਦੀ ਸੀ। ਕਿਸਾਨਾਂ ਦੀ ਗੱਲ ਕਰਦੇ ਆ, ਉਹ ਕਿਸਾਨਾਂ ਦੀ ਗੱਲ ਕਰਦਾ ਵਾਰਿਸ ਸ਼ਾਹ ਜਾ ਕੇ, ਜਦੋਂ ਸਰਦਾਰ ਹੋਏ, ਮਾਲਕ ਬਣੇ ਜ਼ਮੀਨ ਦੇ। ਹਾਂ ਸਰਦਾਰ ਲਫ਼ਜ਼ ਕੱਲਾ ਸਿੱਖਾਂ ਲਈ ਨਹੀਂ ਵਰਤਿਆ ਜਾਂਦਾ, ਸਰਦਾਰ ਮਿਡਲ ਈਸਟ 'ਚ ਵੀ ਵਰਤਿਆ ਜਾਂਦਾ, ਸਰਦਾਰ ਅਫਗਾਨਿਸਤਾਨ 'ਚ ਵੀ ਵਰਤਿਆ ਜਾਂਦਾ, ਸਰਦਾਰ ਵੱਲਭ ਭਾਈ ਪਟੇਲ ਵੀ ਵਰਤਿਆ ਜਾਂਦਾ ਜਾ ਕੇ। ਇਹ ਇਦਾਂ ਨਹੀਂ ਹੈ ਜਾ ਕੇ ਵੀ ਸਰਦਾਰ ਸਿਰਫ ਸਿੱਖਾਂ ਨਾਲ ਹੀ ਵਰਤਿਆ। ਸਰਦਾਰ ਲੀਡਰ ਹੈ, ਮਾਲਕ ਹੈ। ਹਾਂ, ਸਿਰਦਾਰ ਯਾਨੀ ਉਹ ਹੈਡ ਤੋਂ ਆਉਂਦਾ ਜਾਂ ਉੱਥੋਂ ਆਉਂਦਾ। 1992 ਤੋਂ ਵਿਜ਼ਨ ਟੀਵੀ ਤੇ ਤੁਸੀਂ ਵੇਖਦੇ ਆ ਰਹੇ ਹੋ ਪ੍ਰੋਗਰਾਮ ਦੇਸ਼ ਪ੍ਰਦੇਸ਼। ਧਾਰਮਿਕ, ਸਮਾਜਿਕ, ਰਾਜਨੀਤਿਕ ਸੈਗਮੈਂਟਸ ਦੇ ਨਾਲ ਪਰਿਵਾਰਕ ਗੀਤ, ਸੰਗੀਤ ਅਤੇ ਮਨੋਰੰਜਨ ਦਾ ਗੁਲਦਸਤਾ। ਹਰ ਸ਼ਨੀਵਾਰ ਦੀ ਸ਼ਾਮ 6 ਵਜੇ ਪੈਸੀਫਿਕ ਅਤੇ 9 ਵਜੇ ਈਸਟਰਨ। ਦੇਸ਼ ਪ੍ਰਦੇਸ਼। ਸਿੱਖ ਇਤਿਹਾਸ ਦੇ ਪੰਨਿਆਂ ਚੋਂ ਬਹੁਤ ਹੀ ਜਾਣਕਾਰੀ ਭਰਪੂਰ ਸੈਗਮੈਂਟ, ਜਿਸ ਦੀ ਚਾਰੇ ਪਾਸੇ ਚਰਚਾ ਹੁੰਦੀ ਹੈ। ਵਿਦਵਾਨ ਵੀ ਇਸ ਨੂੰ ਬੜੇ ਗੌਰ ਦੇ ਨਾਲ ਸੁਣਦੇ ਹਨ। ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੇ, ਜਿਹੜੇ ਕਿ ਸਾਰੀ ਉਮਰ ਸਿੱਖ ਇਤਿਹਾਸ ਦੇ ਨਾਲ ਜੁੜੇ ਰਹੇ ਹਨ। ਬੜੀ ਮੁਹਾਰਤ ਹੈ ਉਹਨਾਂ ਦੀ, ਅਤੇ ਉਹਨਾਂ ਨੇ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕਰਨ ਦਾ ਉਪਰਾਲਾ ਕੀਤਾ, ਉਸ ਦੇ ਵਾਸਤੇ ਅਸੀਂ ਉਹਨਾਂ ਦੇ ਅਹਿਸਾਨਮੰਦ ਹਾਂ। ਕਿਉਂਕਿ ਬਹੁਤ ਸਾਰੀਆਂ ਇਤਿਹਾਸ ਦੇ ਵਿੱਚ ਐਸੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਧਾਰਮਿਕ ਤੌਰ ਤੇ ਤੁਸੀਂ ਇੱਕ ਪਾਸੇ ਕਰ ਦਿੰਦੇ ਹੋ, ਤੇ ਜਿਹੜੀ ਪੂਰੀ ਸੱਚਾਈ ਹੈ ਉਹ ਸਾਹਮਣੇ ਨਹੀਂ ਆਉਂਦੀ। ਨਾ ਹੀ ਢਾਡੀ, ਨਾ ਹੀ ਪ੍ਰਚਾਰਕ ਉਹ ਗੱਲਾਂ ਕਰਦੇ ਹੀ ਨਹੀਂ, ਜਿਹੜਾ ਕਿ ਸਾਰੇ ਦਾ ਸਾਰਾ ਇਤਿਹਾਸ ਸਾਡੇ ਸਾਹਮਣੇ ਬਹੁਤ ਹੀ ਵਿਸਤਾਰ ਦੇ ਨਾਲ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੱਸ ਰਹੇ ਹਨ। ਇਹ ਲੜੀਵਾਰ ਸੈਗਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚੱਲਦਾ ਰਹੇਗਾ। ਪ੍ਰੋਗਰਾਮ ਦੇ ਆਖਰ ਦੇ ਵਿੱਚ ਮਿਰਜ਼ਾ ਸੁਣਦੇ ਹਾਂ। ਜਦੋਂ ਮਿਰਜ਼ੇ ਦੀ ਗੱਲ ਚੱਲਦੀ ਹੈ ਤਾਂ ਫਿਰ ਕਹਿੰਦੇ ਆ ਕਿ ਮਿਰਜ਼ਾ ਤਾਂ ਕੋਈ ਕਲਾਕਾਰ ਹੀ ਗਾ ਸਕਦਾ ਹੈ ਜਿਸ ਦੀ ਹਿੱਕ ਦੇ ਵਿੱਚ ਜ਼ੋਰ ਹੋਵੇ ਔਰ ਬੁਲੰਦ ਆਵਾਜ਼ ਦਾ ਮਾਲਕ ਹੋਵੇ। ਐਸੇ ਕਲਾਕਾਰਾਂ ਦੇ ਵਿੱਚੋਂ ਜਗਮੋਹਨ ਕੌਰ ਹੋਣਾ ਦਾ ਨਾਂ ਵੀ ਆਉਂਦਾ ਹੈ, ਔਰ ਉਹਨਾਂ ਦੀ ਲਾਈਵ ਪਰਫਾਰਮੈਂਸ ਦੇ ਵਿੱਚੋਂ ਜਿਹੜਾ ਕਿ ਪਹਿਲਾ ਗੀਤ ਪੇਸ਼ ਕੀਤਾ ਸੀ, ਉਸੇ ਪਰਫਾਰਮੈਂਸ ਦੇ ਵਿੱਚੋਂ ਪ੍ਰੋਗਰਾਮ ਦੇ ਆਖਰ ਦੇ ਵਿੱਚ ਮਿਰਜ਼ਾ ਹਾਜ਼ਰ ਕਰਦੇ ਹਾਂ, ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਬਲਜਿੰਦਰ ਸਿੰਘ ਅਟਵਾਲ ਨੂੰ ਅਗਲੇ ਹਫ਼ਤੇ ਤੱਕ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ऐसे गारू दूजा कभी बहुत खतरनाक दिखता हो, कहना ओ कुत्ती मार जी गवांडने तेरी दी चिड़े मेरा यार मोड़ता हो कल्ली कुए ना बना दे विच लकड़ी कल्ला ना होवे पुत्ती जट दा हो
ਸਾਹਿਬਾਂ ਦੇ ਪੱਟਾਂ ਤੇ ਸਿਰ ਰੱਖ ਕੇ ਆਖਰੀ ਗੱਲ ਸਾਹਿਬਾਂ ਕਰ ਰਹੇ ਆ, ਸੁਣਿਓ।